हेलो एवरीवन। इस वीडियो ਦੇ ਅੰਦਰ ਆਪਾਂ ਕਵਰ ਕਰਾਂਗੇ ਆਪਣੀ ਕੰਪਲੀਟ ਯੂਵੀ ਸਪੈਕਟ੍ਰੋਸਕੋਪੀ। ਯੂਵੀ ਸਪੈਕਟ੍ਰੋਸਕੋਪੀ ਵੀ ਇੱਕ ਇੰਪੋਰਟੈਂਟ ਸਪੈਕਟ੍ਰੋਸਕੋਪੀ ਹੈ ਤੇ ਕੁਐਸਚਨ ਜਨਰਲੀ ਆ ਜਾਂਦਾ ਯੂਵੀ ਸਪੈਕਟ੍ਰੋਸਕੋਪੀ ਬਟ ਜਿਹੜਾ ਕੁਐਸਚਨ ਹੁੰਦਾ ਈਜ਼ੀ ਲੈਵਲ ਦਾ ਹੁੰਦਾਗਾ ਬਟ ਆਪਾਂ ਸਾਰੇ ਪੁਆਇੰਟਸ ਨੂੰ ਕਵਰ ਕਰਾਂਗੇ ਜਿਸ ਤੋਂ ਅੱਜ ਤੱਕ ਕੁਐਸਚਨ ਆਏ ਨੇ ਤੇ ਜਿਸ ਤੋਂ ਕੁਐਸਚਨਸ ਨਹੀਂ ਵੀ ਆਏ। ਹੁਣ ਯੂਵੀ ਸਪੈਕਟ੍ਰੋਸਕੋਪੀ ਦੀ ਆਪਾਂ ਗੱਲ ਕਰੀਏ, ਹੁਣ ਹਰ ਇੱਕ ਸਪੈਕਟ੍ਰੋਸਕੋਪੀ ਦਾ ਕੁਝ ਸਪੈਸੀਫਿਕ ਪਰਪਸ ਹੁੰਦਾ ਹੈ। ਜਿਸ ਤਰ੍ਹਾਂ ਆਪਣੇ ਕੋਲ ਠੀਕ ਹੈ ਨਿਊਕਲੀਅਰਲੀ ਆਪਾਂ ਨਿਊਕਲੀਅਰ ਸਪਿਨ ਚੈੱਕ ਕਰਨੀ ਹੋਵੇ, ਨਿਊਕਲੀਅਰ ਸਪਿਨ ਦਾ ਜਿਹੜਾ ਵੇਰੀਏਸ਼ਨ ਹੈ ਉਹ ਚੈੱਕ ਕਰਨਾ ਹੋਵੇ ਤਾਂ ਆਪਾਂ NMR ਯੂਜ਼ ਕਰਦੇ ਹਾਂ। ਜੇ ਅਨਪੇਡ ਇਲੈਕਟ੍ਰੋਨ ਲਈ ਸਟੱਡੀ ਕਰਨੀ ਹੋਵੇ ਤਾਂ ਆਪਾਂ ESR ਯੂਜ਼ ਕਰ ਦਿਆਂਗੇ। ਠੀਕ ਹੈ, ਜੇ ਰੋਟੇਸ਼ਨਲ ਮੋਸ਼ਨ ਸਟੱਡੀ ਕਰਨਾ ਹੋਵੇ ਤਾਂ ਰੋਟੇਸ਼ਨਲ ਸਪੈਕਟ੍ਰੋਸਕੋਪੀ ਹੈ। ਉਸੇ ਤਰ੍ਹਾਂ ਯੂਵੀ ਸਪੈਕਟ੍ਰੋਸਕੋਪੀ ਦਾ ਪਰਪਸ ਹੁੰਦਾ ਹੈ ਟੂ ਚੈੱਕ ਅਨਸੈਚੂਰੇਸ਼ਨ, ਮਤਲਬ ਜਿਹੜੇ ਅਨਸੈਚੂਰੇਟਡ ਕੰਪਾਊਂਡਸ ਹੁੰਦੇ ਨੇ ਉਹਨਾਂ ਲਈ ਆਪਾਂ ਕਿਹੜੀ ਸਪੈਕਟ੍ਰੋਸਕੋਪੀ ਯੂਜ਼ ਕਰਦੇ ਹਾਂ? ਯੂਵੀ ਸਪੈਕਟ੍ਰੋਸਕੋਪੀ ਯੂਜ਼ ਕਰਦੇ ਹਾਂ। ਅਨਸੈਚੂਰੇਟਡ ਕੰਪਾਊਂਡਸ ਮਤਲਬ ਜਿਨ੍ਹਾਂ ਦੇ ਅੰਦਰ ਮਲਟੀ ਬੌਂਡਸ ਪ੍ਰੈਜ਼ੈਂਟ ਹੁੰਦੇ ਨੇ, ਲਾਈਕ ਡਬਲ ਬੌਂਡ ਔਰ ਟ੍ਰਿਪਲ ਬੌਂਡ। ਠੀਕ ਹੈ, ਉਹਨਾਂ ਲਈ ਹੈਲਪਫੁਲ ਹੁੰਦੀ ਹੈ। ਉਸ ਤੋਂ ਇਲਾਵਾ ਟ੍ਰਾਂਜੀਸ਼ਨ ਸਾਰੀਆਂ ਦਿੰਦੀਆਂ ਨੇ। ਠੀਕ ਹੈ, ਸਿਗਮਾ ਬੌਂਡਸ ਵੀ ਟ੍ਰਾਂਜੀਸ਼ਨ ਦਿੰਦੇ ਨੇ, ਪਾਈ ਬੌਂਡਸ ਵੀ ਟ੍ਰਾਂਜੀਸ਼ਨ ਦਿੰਦੇ ਨੇ। ਹੁਣ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਜਿਹੜਾ ਇਹ ਯੂਵੀ ਸਪੈਕਟ੍ਰੋਸਕੋਪੀ ਦਾ ਜਿਹੜਾ ਪ੍ਰਿੰਸੀਪਲ ਹੈਗਾ, ਠੀਕ ਹੈ, ਉਸ ਨੂੰ ਅੰਡਰਸਟੈਂਡ ਕਰਨ ਤੋਂ ਪਹਿਲਾਂ ਆਪਾਂ ਨੂੰ ਯੂਵੀ ਰੀਜਨ ਪੜ੍ਹਨਾ ਪਏਗਾ। ਠੀਕ ਹੈ, ਯੂਵੀ ਜਿਹੜਾ ਰੀਜਨ ਹੁੰਦਾ ਹੈਗਾ, ਠੀਕ ਹੈ, ਯੂਵੀ ਦੋ ਵਰਡਸ ਤੋਂ ਮਿਲ ਕੇ ਬਣਿਆ, ਇੱਕ ਅਲਟਰਾਵਾਇਲਟ ਇੱਕ ਵਿਜ਼ੀਬਲ। ਠੀਕ ਹੈ, ਜਿਹੜੀ ਇਸ ਦੀ ਰੇਂਜ ਹੁੰਦੀ ਹੈ ਉਹ ਹੁੰਦੀ ਹੈ 200 ਨੈਨੋਮੀਟਰ ਤੋਂ ਲੈ ਕੇ 800 ਨੈਨੋਮੀਟਰ ਤੱਕ। ਠੀਕ ਹੈ, 200 ਤੋਂ 400 ਵਾਲੇ ਰੀਜਨ ਨੂੰ ਆਪਾਂ ਬੋਲ ਦਾਂਗੇ ਯੂਵੀ ਰੀਜਨ। ਠੀਕ ਹੈ, ਲੈਮਡਾ ਦੀ ਵੈਲਿਊਜ਼ ਨੇ, ਵੇਵਲੈਂਥ ਦੀ ਵੈਲਿਊਜ਼। ਠੀਕ ਹੈ, ਤੇ 400 ਤੋਂ ਲੈ ਕੇ 800 ਵਾਲੇ ਰੀਜਨ ਨੂੰ ਆਪਾਂ ਬੋਲ ਦਾਂਗੇ ਵਿਜ਼ੀਬਲ ਰੀਜਨ। ਠੀਕ ਹੈ, ਵਿਜ਼ੀਬਲ ਰੀਜਨ ਦੇ ਅੰਦਰ ਆਪਣੇ ਕੋਲ ਕੀ ਹੁੰਦੇ ਨੇ? ਕਲਰਸ ਅਪੀਅਰ ਹੁੰਦੇ ਨੇ। ਠੀਕ ਹੈ, ਇਸ ਦੇ ਅੰਦਰ ਕਿਹੜੇ ਕਲਰਸ ਅਪੀਅਰ ਹੁੰਦੇ ਨੇ? ਵਿਬਗਿਓਰ। ਠੀਕ ਹੈ, ਇਸ ਨੂੰ ਆਪਾਂ ਕਿਸ ਤਰ੍ਹਾਂ ਯਾਦ ਕਰਾਂਗੇ? VIBGYOR, ਵਿਬਗਿਓਰ ਬੋਲ ਦਿਆਂਗੇ। ਠੀਕ ਹੈ, ਇਹ ਕਲਰਸ ਆਪਾਂ ਨੂੰ ਕੀ ਹੁੰਦੇ ਨੇ? ਵਿਜ਼ੀਬਲ ਰੀਜਨ ਦੇ ਅੰਦਰ ਅਪੀਅਰ ਹੁੰਦੇ ਨੇਗੇ। ਹੁਣ ਜੇ ਆਪਾਂ ਗੱਲ ਕਰੀਏ ਵਿਬਗਿਓਰ ਦੀ, ਜੇ ਆਪਾਂ ਲੈਫਟ ਟੂ ਰਾਈਟ ਜਾਂਦੇ ਹੈਗੇ ਤਾਂ ਆਪਣੇ ਕੋਲ એનર્ਜੀ ਕੀ ਹੁੰਦੀ ਹੈਗੀ? ਡਿਕਰੀਜ਼ ਹੁੰਦੀ ਹੈ। એનર્ਜੀ ਕੀ ਹੁੰਦੀ ਹੈ? ਡਿਕਰੀਜ਼ ਹੁੰਦੀ ਹੈ। ਮਤਲਬ ਜਿਹੜੀ ਰੈੱਡ ਕਲਰ ਹੈ ਉਸ ਦੀ ਕੀ ਹੈ? ਮਿਨੀਮਮ એનર્ਜੀ ਹੈ। ਹੁਣ ਦੇਖੋ એનર્ਜੀ ਕੀ ਹੁੰਦੀ ਹੈਗੀ? HC ਲੈਮਡਾ, ਮਤਲਬ ਇਨਵਰਸ એનર્ਜੀ ਕੀ ਹੁੰਦੀ ਹੈਗੀ? ਇਨਵਰਸਲੀ ਰਿਲੇਟਡ ਹੁੰਦੀ ਹੈ ਵੇਵਲੈਂਥ ਦੀ। ਮਤਲਬ ਜਿੰਨੀ ਜ਼ਿਆਦਾ એનર્ਜੀ ਹੋਏਗੀ ਉਨੀ ਘੱਟ ਵੇਵਲੈਂਥ, ਜਿੰਨੀ ਘੱਟ એનર્ਜੀ ਉਨੀ ਜ਼ਿਆਦਾ ਵੇਵਲੈਂਥ। ਮਤਲਬ ਰੈੱਡ ਦੀ ਕੀ ਹੋਏਗੀ? ਹਾਈਐਸਟ ਵੇਵਲੈਂਥ ਹੋਏਗੀ, ਹਾਈਐਸਟ ਵੇਵਲੈਂਥ ਹੋਏਗੀ। ਤਾਂ ਜੇ ਆਪਾਂ ਨੂੰ એનર્ਜੀ ਦਾ ਆਰਡਰ ਪੁੱਛ ਲਿਆ ਤਾਂ એનર્ਜੀ ਦਾ ਆਰਡਰ ਕੀ ਬਣ ਜਾਏਗਾ? VIBGYOR। ਠੀਕ ਹੈ, ਜੇ ਆਪਣੇ ਤੋਂ ਵੇਵਲੈਂਥ ਦਾ ਆਰਡਰ ਪੁੱਛ ਲਿਆ ਬਿਲਕੁਲ ਕੀ ਹੋ ਜਾਏਗਾ? ਰੈਸੀਪ੍ਰੋਕਲ ਹੋ ਜਾਏਗਾ। ਠੀਕ ਹੈ, ਕਿਉਂਕਿ ਰੈੱਡ ਲਾਈਟ ਜਿਹੜੀ ਵੇਵਲੈਂਥ ਹੁੰਦੀ ਹੈ ਹਾਈਐਸਟ ਹੁੰਦੀ ਹੈ, ਇਸ ਲਈ ਇਸਨੂੰ ਐਜ਼ ਅ ਇੰਡੀਕੇਟਰ ਯੂਜ਼ ਕਰਦੇ ਆ ਕਿ ਦੂਰੋਂ ਹੀ ਕੀ ਹੋ ਜਾਏ? ਵਿਜ਼ੀਬਲ ਹੋ ਜਾਏ। ਠੀਕ ਹੈ, ਮਤਲਬ ਸਟਾਪਿੰਗ ਸਿਗਨਲ ਹੁੰਦਾ ਹੈਗਾ ਰੈੱਡ ਕਲਰ। ਉਸ ਤੋਂ ਬਾਅਦ ਦੇਖੀਏ ਆਪਾਂ, ਠੀਕ ਹੈ, ਸੋਰਸ ਆਫ ਯੂਵੀ ਰੇਜ਼, ਯੂਵੀ ਵਿਜ਼ੀਬਲ ਰੇਜ਼, ਕਿ ਆਪਣੇ ਕੋਲ ਸੋਰਸ ਕੀ ਹੁੰਦਾ ਹੈਗਾ, ਕਿਸ ਤੋਂ ਆਪਣੇ ਕੋਲ ਯੂਵੀ ਵਿਜ਼ੀਬਲ ਰੇਜ਼ ਆਉਣਗੀਆਂ। ਇਸ ਲਈ ਆਪਾਂ ਦੋ ਤਰ੍ਹਾਂ ਦੇ ਲੈਂਪ ਯੂਜ਼ ਕਰਦੇ, ਜਾਂ ਤਾਂ ਹਾਈਡਰੋਜਨ ਜਾਂ ਡਿਊਟੀਰੀਅਮ ਡਿਸਚਾਰਜ ਲੈਂਪ ਯੂਜ਼ ਕਰ ਸਕਦੇ ਹਾਂ, ਜਾਂ ਟੰਗਸਟਨ ਫਿਲਾਮੈਂਟ ਯੂਜ਼ ਕਰ ਸਕਦੇ ਹਾਂ। ਠੀਕ ਹੈ, ਇਹਨਾਂ ਨੂੰ ਬਸ ਤੁਸੀਂ ਯਾਦ ਕਰਨਾ ਹੈ, ਇਹਨਾਂ 'ਚ ਕੋਈ ਜ਼ਿਆਦਾ ਇੰਪੋਰਟੈਂਟ ਪੁਆਇੰਟ ਨਹੀਂ ਹੈਗਾ। ਬਟ ਹੁਣ ਯੂਵੀ ਸਪੈਕਟ੍ਰੋਸਕੋਪੀ ਨੂੰ ਸਟੱਡੀ ਕਰਨ ਤੋਂ ਪਹਿਲਾਂ ਆਪਾਂ ਨੂੰ ਬੀਅਰਟ ਲੈਂਬਰਟ ਲਾਅ ਦਾ ਆਈਡੀਆ ਹੋਣਾ ਚਾਹੀਦਾ ਹੈ। ਬੀਅਰਟ ਲੈਂਬਰਟ ਕੀ ਸੀਗੇ? ਦੋ ਅਲੱਗ-ਅਲੱਗ ਸਾਇੰਟਿਸਟ ਸੀਗੇ, ਦੋਹਾਂ ਨੇ ਅਲੱਗ-ਅਲੱਗ ਫਾਰਮੂਲਾ ਦਿੱਤਾ, ਬਟ ਉਹ ਆਪਾਂ ਉਹਨਾਂ ਦੋਹਾਂ ਫਾਰਮੂਲਾਸ ਨੂੰ ਕੀ ਕਰਾਂਗੇ? ਕਲੱਬ ਕਰਕੇ ਸਟੱਡੀ ਕਰਾਂਗੇ। ਹੁਣ ਦੇਖੋ ਆਪਣੇ ਕੋਲ ਇੱਕ ਕੰਟੇਨਰ ਹੈ ਸਪੋਜ਼, ਠੀਕ ਹੈ, ਉਸ ਦੇ ਅੰਦਰ ਮੈਂ ਸੈਂਪਲ ਭਰਤਾ, ਸੈਂਪਲ ਦਾ ਸੋਲੂਸ਼ਨ ਭਰਤਾ। ਕਿਹੜਾ ਸੈਂਪਲ? ਜਿਸ ਦੀ ਮੈंने ਜਾਂਚ करनी है। ਸਪੋਜ਼ मैंने I नॉट इंटेंसिटी ਦੀ ਰੇ ਫੀਡ की इस पे I नॉट इंटेंसिटी की, ਤੇ ਕੁਝ ਤਾਂ ਇਹ ਅਬਜ਼ੌਰਬ ਕਰ ਲੇਗਾ। ਸਪੋਜ਼ I ਅਬਜ਼ੌਰਪਸ਼ਨ IA ਹੈ ਤੇ ਕੁਝ ਕੀ ਹੋ ਜਾਏਗੀ? ਟ੍ਰਾਂਸਮਿਟ ਹੋ ਜਾਏਗੀ, ਜਿਸ ਨੂੰ ਮੈਂ IT ਲਿਖ ਦੇਣਾ। ਠੀਕ ਹੈ, ਤਾਂ ਕਲੀਅਰਲੀ ਰਿਲੇਸ਼ਨ ਲਿਖ ਸਕਦੇ ਹਾਂ I नॉट इज इक्वल टू IA प्लस IT। ਕਲੀਅਰ ਹੈ ਸਭ ਨੂੰ? ਹੁਣ ਦੇਖੋ ਜਿੰਨੀ ਜ਼ਿਆਦਾ ਅਬਜ਼ੌਰਪਸ਼ਨ ਹੋਏਗੀ ਉਨਾ ਕੀ ਆਏਗਾ ਆਪਣੇ ਕੋਲ? ਸਪੈਕਟਰਾ ਇੰਟੈਂਸ ਆਏਗਾ। ਹੁਣ ਮੈਕਸਿਮਮ ਜਿਹੜਾ ਇੰਟੈਂਸ ਸਪੈਕਟਰਲੀ, ਮਤਲਬ ਸਭ ਤੋਂ ਜ਼ਿਆਦਾ ਲੌਂਗ ਸਪੈਕਟਰਲੀ, ਠੀਕ ਹੈ, ਇੰਟੈਂਸ ਜਿਹੜਾ ਆਪਾਂ ਨੂੰ ਕਲੀਅਰਲੀ ਵਿਜ਼ੀਬਲ ਹੋਵੇ, ਉਸ ਲਈ ਮੈਕਸਿਮਮ ਅਬਜ਼ੌਰਪਸ਼ਨ ਹੋਣੀ ਚਾਹੀਦੀ ਹੈਗੀ। ਉਸ ਲਈ ਕੀ ਹੋਣੀ ਚਾਹੀਦੀ ਹੈ? ਮੈਕਸਿਮਮ ਅਬਜ਼ੌਰਪਸ਼ਨ ਹੋਣੀ ਚਾਹੀਦੀ ਹੈਗੀ। ਹੁਣ ਮੈਕਸਿਮਮ ਅਬਜ਼ੌਰਪਸ਼ਨ ਕਰਾਉਣ ਲਈ ਆਪਣੇ ਕੋਲ ਕੁਝ ਕੰਡੀਸ਼ਨਸ ਹੁੰਦੀਆਂ ਨੇ, ਉਹਨਾਂ ਨੂੰ ਆਪਾਂ ਧਿਆਨ ਰੱਖਣਾ ਹੈਗਾ। ਕਿਹੜੇ ਕੰਡੀਸ਼ਨਸ ਹੁੰਦੀਆਂ ਨੇ? ਜਿਹੜਾ ਆਪਣੇ ਕੋਲ ਸੈਂਪਲ ਸੋਲੂਸ਼ਨ ਹੈ ਉਹ ਕਾਫੀ ਡਾਇਲੂਟ ਹੋਣਾ ਚਾਹੀਦਾ ਹੈ। ਡਾਇਲੂਟ ਮਤਲਬ ਕਿ ਥੋੜਾ ਬਹੁਤ ਸੈਂਪਲ ਹੋਵੇ, ਜ਼ਿਆਦਾਤਰ ਕੀ ਹੋਵੇ ਆਪਣੇ ਕੋਲ? ਸੋਲਵੈਂਟ ਹੋਵੇ। ਉਸ ਤੋਂ ਇਲਾਵਾ ਟਰਬਿਡਿਟੀ ਨਹੀਂ ਹੋਣੀ ਚਾਹੀਦੀ ਸੋਲੂਸ਼ਨ ਦੇ ਅੰਦਰ। ਟਰਬਿਡਿਟੀ ਦਾ ਕੀ ਮਤਲਬ ਹੈ? ਕਿ ਕੋਈ ਕਲਾਊਡੀਨੈਸ ਨਹੀਂ, ਆਪਾਂ ਨੂੰ ਕਲੀਅਰਲੀ ਵਿਜ਼ੀਬਲ ਹੋਣਾ ਚਾਹੀਦਾ ਹੈਗਾ। ਉਸ ਤੋਂ ਇਲਾਵਾ ਜਿਹੜੇ ਮਟੀਰੀਅਲ ਦੇ ਅੰਦਰ ਆਪਾਂ ਨੇ ਪਾਈ ਹੈਗੀ, ਇਹ ਜਿਸ ਤਰ੍ਹਾਂ ਆਪਣਾ ਕੰਟੇਨਰ ਹੈਗਾ,
ਉਹ ਜਿਹੜੀ ਰੇਡੀਏਸ਼ਨ ਨੂੰ ਅਬਜ਼ੌਰਵ ਨਹੀਂ ਕਰਨਾ ਚਾਹੁੰਦਾ, ਜੇ ਉਸਨੂੰ ਅਬਜ਼ੌਰਵ ਕਰ ਲੇਗਾ ਤਾਂ ਆਈ ਨੋਟ ਇੰਟੈਂਸਿਟੀ ਕੀ ਹੋ ਜਾਏਗੀ, ਡਿਕਰੀਜ਼ ਹੋ ਜਾਏਗੀ। ਤਾਂ ਜਿਹੜਾ ਸੈਂਪਲ ਹੈਗਾ ਉਹ ਕਿਸ ਦਾ ਬਣਿਆ ਹੋਣਾ ਚਾਹੀਦਾ, ਕੁਆਰਟਜ਼ ਦਾ ਬਣਿਆ ਹੋਣਾ ਚਾਹੀਦਾ। ਠੀਕ ਹੈ, ਦੇਖੋ ਮੈਂ ਕੁਝ ਪੁਆਇੰਟਸ ਲਿਖ ਕੇ ਆਇਆ। ਠੀਕ ਹੈ, ਹਾਂ, ਜਿਹੜਾ ਪ੍ਰੋਪਰ ਸੈਟਅਪ ਲਈ ਜਿਹੜੀ ਰੇਡੀਏਸ਼ਨ ਹੋਣੀ ਚਾਹੀਦੀ ਹੈ ਉਹ 90 ਡਿਗਰੀ ਦੇ ਐਂਗਲ ਤੋਂ ਹੋਣੀ ਚਾਹੀਦੀ ਹੈ। ਉਸ ਤੋਂ ਇਲਾਵਾ ਸੋਲੂਸ਼ਨ ਜਿਹੜਾ ਹੋਮੋਜੀਨੀਅਸ ਹੋਣਾ ਚਾਹੀਦਾ ਹੈ। ਹੋਮੋਜੀਨੀਅਸ ਮਤਲਬ ਹਰ ਕਿਤੇ ਕਨਸੈਂਟ੍ਰੇਸ਼ਨ ਇਕੁਅਲ ਹੋਵੇ। ਠੀਕ ਹੈ, ਟਰਬਿਡਿਟੀ ਲੈਸ ਹੋਣਾ ਚਾਹੀਦਾ, ਮਤਲਬ ਟਰਬਿਡਿਟੀ ਨਹੀਂ ਹੋਣੀ ਚਾਹੀਦੀ। ਠੀਕ ਹੈ, ਉਸ ਤੋਂ ਇਲਾਵਾ ਡਾਇਲਿਊਟ ਐਂਡ ਟਰਬਿਡਿਟੀ ਲੈਸ ਸੋਲੂਸ਼ਨ ਤੇ ਸੈਂਪਲ ਟਿਊਬ ਕਿਸ ਦੀ ਬਣੀ ਹੋਣੀ ਚਾਹੀਦੀ ਹੈ, ਕੁਆਰਟਜ਼ ਦੀ ਬਣੀ ਹੋਣੀ ਚਾਹੀਦੀ ਹੈ। ਕੁਆਰਟਜ਼ ਦੀ ਕਿਉਂ ਬਣੀ ਹੋਣੀ ਚਾਹੀਦੀ ਹੈ, ਕਿਉਂਕਿ ਕੁਆਰਟਜ਼ ਦਾ ਜਿਹੜਾ ਮਟੀਰੀਅਲ ਹੁੰਦਾ ਹੈ ਯੂਵੀ ਰੇਡੀਏਸ਼ਨ ਨੂੰ ਅਬਜ਼ੌਰਬ ਨਹੀਂ ਕਰਦਾ। ਹੁਣ ਆਪਾਂ ਉਰੀ ਵਾਪਿਸ ਆਉਂਦੇ ਹਾਂ। ਹੁਣ ਦੇਖੋ ਆਪਣੇ ਕੋਲ ਰਿਲੇਸ਼ਨ ਆ ਗਿਆ ਆਈ ਨੋਟ, ਆਪਣੇ ਰੇਡੀਏਸ਼ਨ ਜਿਹੜੀ ਆਪਾਂ ਨੇ ਇਨਸੀਡੈਂਟ ਕੀਤੀ ਹੈ, ਆਈ ਏ ਮਤਲਬ ਜਿਹੜੀ ਅਬਜ਼ੌਰਬ ਹੋ ਗਈ, ਤੇ ਆਈ ਟੀ ਕੀ ਹੈ ਜਿਹੜੀ ਆਪਣੇ ਕੋਲ ਟ੍ਰਾਂਸਮਿਟਡ ਇੰਟੈਂਸਿਟੀ। ਹੁਣ ਜਦੋਂ ਆਪਾਂ ਨੇ ਸਭ ਤੋਂ ਇੰਟੈਂਸ ਸਪੈਕਟਰ ਲੈਣਾ ਤਾਂ ਮੈਕਸਿਮਮ ਅਬਜ਼ੌਰਬੇਸ਼ਨ ਹੋਣੀ ਚਾਹੀਦੀ ਕਿ ਉਸ ਲਈ ਆਪਾਂ ਨੇ ਡਾਇਲਿਊਟ ਸੋਲੂਸ਼ਨ ਲੈਣਾਗਾ। ਇਸ ਤਰ੍ਹਾਂ ਦਾ ਕੁਐਸਚਨ ਆਇਆ ਸੀ ਮਾਸਟਰ ਕੈਡਰ ਦੇ ਅੰਦਰ, ਉਹਨਾਂ ਨੇ ਪੁੱਛਿਆ ਸੀ ਇਹਨਾਂ ਚੋਂ ਕਿਸ ਲਈ ਲੈਂਬਰਟ ਬੀਅਰ ਲੋ ਦਾ ਥੋੜਾ ਗਲਤ ਇਨਫੋਰਮੇਸ਼ਨ ਦੇਗਾ, ਮਤਲਬ ਗਲਤ ਸਿਗਨਲ ਦੇਗਾ, ਇਸ ਟਾਈਪ ਦਾ ਕੁਐਸਚਨ ਸੀ। ਉਸ ਨੂੰ 3-4 ਕਨਸੈਂਟ੍ਰੇਸ਼ਨ ਦਿੱਤੇ ਸੀ, ਉਸ ਤੋਂ ਜਿਹੜੀ ਹਾਈਐਸਟ ਕਨਸੈਂਟ੍ਰੇਸ਼ਨ ਸੀ ਉਹ ਵਾਲਾ ਆਨਸਰ ਗਲਤ ਸੀਗਾ। ਜਿੰਨਾ ਜ਼ਿਆਦਾ ਸੋਲੂਸ਼ਨ ਡਾਇਲਿਊਟ ਹੋਏਗਾ, ਮਤਲਬ ਜਿੰਨੀ ਕਨਸੈਂਟ੍ਰੇਸ਼ਨ ਘੱਟ ਹੋਏਗੀ ਉਹਨਾਂ ਆਨਸਰ ਕੀ ਆਏਗਾ ਆਪਣੇ ਕੋਲ, ਐਕੂਰੇਟ ਆਏਗਾ। ਹੁਣ ਆਪਣੇ ਕੋਲ ਲੈਂਬਰਟ ਬੀਅਰ ਲੋ ਹੁੰਦਾ ਕੀ ਹੈਗਾ, ਲੈਂਬਰਟ ਬੀਅਰ ਲੋ ਦੇ ਅੰਦਰ ਅਬਜ਼ੌਰਪਸ਼ਨ ਡਿਫਾਈਨ ਕਰਦੇ ਆ। ਅਬਜ਼ੌਰਪਸ਼ਨ ਦਾ ਫਾਰਮੂਲਾ ਕੀ ਹੁੰਦਾ ਹੈਗਾ, ਐਪਸਾਈਲਨ ਸੀ ਐਲ। ਠੀਕ ਹੈ, ਅਬਜ਼ੌਰਪਸ਼ਨ ਦਾ ਫਾਰਮੂਲਾ ਕੀ ਹੁੰਦਾ ਹੈ, ਐਪਸਾਈਲਨ ਸੀ ਐਲ, ਜਾਂ ਇਸ ਨੂੰ ਆਪਾਂ ਲਿਖ ਸਕਦੇ ਹਾਂਗੇ log I ਨੋਟ ਓਵਰ IT। ਠੀਕ ਹੈ, ਤੁਸੀਂ ਇੱਕ ਰਿਲੇਸ਼ਨ ਯਾਦ ਰੱਖਣਾ ਹੈ, ਅਬਜ਼ੌਰਪਸ਼ਨ ਇਜ਼ ਇਕੁਅਲ ਟੂ ਐਪਸਾਈਲਨ ਸੀ ਐਲ ਇਜ਼ ਇਕੁਅਲ ਟੂ log I ਨੋਟ ਓਵਰ IT। ਬਸ ਇੰਨਾ ਕੁ ਹੈਗਾ ਆਪਣੇ ਕੋਲ ਲੈਂਬਰਟ ਬੀਅਰ ਲੋ, ਇਸ ਦੀ ਡੈਰੀਵੇਸ਼ਨ ਦੀ ਆਪਾਂ ਨੂੰ ਜ਼ਰੂਰਤ ਨਹੀਂ ਹੈਗੀ। ਹੁਣ ਦੇਖੋ ਕੱਲੀ ਕੱਲੀ ਟਰਮ ਨੂੰ ਸਮਝਣਾ ਆਪਾਂ ਨੇ। ਠੀਕ ਹੈ, ਇਹ ਤਾਂ ਅਬਜ਼ੌਰਪਸ਼ਨ ਹੈ। ਐਪਸਾਈਲਨ ਕੀ ਹੁੰਦਾ ਹੈਗਾ, ਐਪਸਾਈਲਨ ਨੂੰ ਆਪਾਂ ਆਪਟੀਕਲ ਐਕਟੀਵਿਟੀ ਬੋਲ ਦਿੰਦੇ ਆ ਜਾਂ ਆਪਟੀਕਲ ਡੈਂਸਿਟੀ ਬੋਲ ਦਿੰਦੇ ਆ। ਇਸ ਤੋਂ ਇਲਾਵਾ ਇਸ ਨੂੰ ਆਪਾਂ ਅਬਜ਼ੌਰਬਿਬਿਲਿਟੀ ਬੋਲ ਦਿੰਦੇ ਆ, ਜਾਂ ਇਸ ਨੂੰ ਆਪਾਂ ਬੋਲ ਦਿੰਦੇ ਆ ਮੋਲਰ ਐਕਸਟੈਂਸ਼ਨ ਕੋਐਫੀਸ਼ੀਐਂਟ, ਮੋਲਰ ਐਕਸਟੈਂਸ਼ਨ ਕੋਐਫੀਸ਼ੀਐਂਟ। ਠੀਕ ਹੈ, ਸੀ ਕੀ ਹੋ ਗਿਆ ਆਪਣੇ ਕੋਲ, ਕਨਸੈਂਟ੍ਰੇਸ਼ਨ ਹੋ ਗਿਆ। ਠੀਕ ਹੈ, ਕਨਸੈਂਟ੍ਰੇਸ਼ਨ ਕਿਸ ਦਾ ਹੋ ਗਿਆ ਆਪਣੇ ਕੋਲ, ਸੋਲੂਸ਼ਨ ਦਾ। ਉਸ ਤੋਂ ਇਲਾਵਾ ਐਲ ਕੀ ਹੁੰਦੀ ਹੈ ਆਪਣੇ ਕੋਲ, ਪਾਥ ਲੈਂਥ ਹੁੰਦੀ ਹੈ। ਪਾਥ ਲੈਂਥ ਦਾ ਕੀ ਮਤਲਬ ਹੁੰਦਾ ਹੈ, ਜਿੰਨੇ ਲੈਂਥ ਤੋਂ ਰੇਡੀਏਸ਼ਨ ਪਾਸ ਹੋਏਗੀ, ਜਿਸ ਤਰ੍ਹਾਂ ਉਰੋਂ ਰੇਡੀਏਸ਼ਨ ਪਾਸ ਹੋਏਗੀ। ਠੀਕ ਹੈ, ਤਾਂ ਇਹ ਵਾਲੀ ਲੈਂਥ ਨੂੰ ਆਪਾਂ ਕੀ ਮੰਨਾਂਗੇ, ਪਾਥ ਲੈਂਥ ਮੰਨਾਂਗੇ। ਸਪੋਜ਼ ਮੇਰੇ ਕੋਲ ਮੈਂ ਇਸ ਤਰ੍ਹਾਂ ਦੀ ਟਿਊਬ ਲੈ ਲੈਣਾ, ਠੀਕ ਹੈ, ਤੇ ਉਰੋਂ ਰੇਡੀਏਸ਼ਨ ਹੁੰਦੀ ਹੈ, ਤਾਂ ਇਸ ਕੇਸ ਇਹ ਵਾਲੀ ਪਾਥ ਲੈਂਥ ਹੋਏਗੀ, ਇਹ ਵਾਲੀ ਪਾਥ ਲੈਂਥ ਨਹੀਂ ਹੋਏਗੀ। ਠੀਕ ਹੈ, ਆਪਾਂ ਨੇ ਸਿਰਫ ਉਹੀ ਲੈਂਥ ਕੰਸੀਡਰ ਕਰਨੀ ਹੁੰਦੀ ਹੈ ਜਿਸ ਤੋਂ ਜਿਹੜੀ ਰੇਡੀਏਸ਼ਨ ਹੈ ਉਹ ਪਾਸ ਹੁੰਦੀ ਹੈ। ਤਾਂ ਇਹ ਵਾਲਾ ਰਿਲੇਸ਼ਨ ਤੁਸੀਂ ਧਿਆਨ ਰੱਖਣਾ ਹੈਗਾ। ਐਪਸਾਈਲਨ ਕੀ ਹੁੰਦਾ ਹੈ ਆਪਣੇ ਕੋਲ, ਆਪਟੀਕਲ ਡੈਂਸਿਟੀ, ਜਾਂ ਇਸ ਨੂੰ ਆਪਾਂ ਅਬਜ਼ੌਰਬਿਬਿਲਿਟੀ ਕਾਂਸਟੈਂਟ ਬੋਲ ਦਿੰਦੇ ਆ, ਜਾਂ ਇਸ ਨੂੰ ਮੋਲਰ ਐਕਸਟੈਂਸ਼ਨ ਕੋਐਫੀਸ਼ੀਐਂਟ ਬੋਲ ਦਿੰਦੇ। ਠੀਕ ਹੈ, ਔਰ ਆਈ ਨੋਟ ਕੀ ਹੁੰਦਾ ਹੈਗਾ, ਇੰਟੈਂਸਿਟੀ ਆਫ, ਠੀਕ ਹੈ, ਇਨਸੀਡੈਂਟ ਰੇਡੀਏਸ਼ਨ, ਤੇ ਆਈ ਟੀ ਕੀ ਹੁੰਦਾ ਹੈ, ਇੰਟੈਂਸਿਟੀ ਆਫ ਟ੍ਰਾਂਸਮਿਟੈਂਸ ਰੇਡੀਏਸ਼ਨ। ਠੀਕ ਹੈ, ਇਹ ਫਾਰਮੂਲੇ ਤੇ ਬੇਸ ਕਿਸ ਤਰ੍ਹਾਂ ਕੁਐਸਚਨ ਬਣ ਸਕਦਾ ਹੈ ਉਹ ਦੇਖੋ। ਹੁਣ ਜੇ ਤੁਹਾਡੇ ਤੋਂ ਕਨਸੈਂਟ੍ਰੇਸ਼ਨ ਦਿੱਤਾ ਹੈ, ਕਨਸੈਂਟ੍ਰੇਸ਼ਨ ਤੋਂ ਦਾ ਕਿਸੇ ਵੀ ਤਰ੍ਹਾਂ ਆਪਾਂ ਨੂੰ ਫਾਰਮੂਲਾ ਯੂਜ਼ ਕਰਵਾ ਕੇ ਉਸ ਤੋਂ ਮੋਲੀਕੂਲਰ ਮਾਸ ਪੁੱਛ ਸਕਦਾ ਹੈਗਾ, ਤਾਂ ਉਹ ਵਾਲੇ ਸਾਰੇ ਕੁਐਸਚਨ ਤੁਹਾਨੂੰ ਅਟੈਂਪਟ ਕਰਨੇ ਆਣੇ ਚਾਹੀਦੇ ਨੇ। ਜਿਹੜਾ ਇੱਕ ਇੰਪੋਰਟੈਂਟ ਕੁਐਸਚਨ ਬਣਦਾ ਹੈ ਯੂਨਿਟ ਆਫ ਐਪਸਾਈਲਨ ਤੋਂ। ਠੀਕ ਹੈ, ਦੇਖੋ ਆਪਾਂ ਡਿਸਕਸ ਕਰ ਲੈਣੇ ਆ ਯੂਨਿਟ ਆਫ ਐਪਸਾਈਲਨ। ਠੀਕ ਹੈ, ਐਪਸਾਈਲਨ ਦੀ ਯੂਨਿਟ ਕੀ ਹੁੰਦੀ ਹੈਗੀ, ਹੁਣ ਦੇਖੋ ਆਪਣੇ ਕੋਲ ਫਾਰਮੂਲਾ ਹੈ ਅਬਜ਼ੌਰਪਸ਼ਨ ਇਜ਼ ਇਕੁਅਲ ਟੂ ਐਪਸਾਈਲਨ ਸੀ ਐਲ ਇਜ਼ ਇਕੁਅਲ ਟੂ log I ਨੋਟ ਓਵਰ IT। ਮਤਲਬ ਜਿਹੜਾ ਐਪਸਾਈਲਨ ਹੈਗਾ ਇਹ ਹੈਗਾ ਕਿਸ ਦੇ ਇਕੁਅਲ ਹੈ, log I ਨੋਟ ਓਵਰ IT ਹੈਗਾ। ਹੁਣ I ਨੋਟ ਓਵਰ IT ਮਤਲਬ ਸੇਮ ਯੂਨਿਟਸ ਨੇ, ਦੋਹਾਂ ਕੀ ਹੋਣਗੀਆਂ ਆਪਣੇ ਕੋਲ ਕੱਟ ਜਾਣਗੀਆਂ, ਤਾਂ ਇਹ ਕੀ ਆਪਣੇ ਕੋਲ ਡਾਇਮੈਂਸ਼ਨਲੈਸ ਹੈ, ਇਹ ਕੀ ਆਪਣੇ ਕੋਲ ਡਾਇਮੈਂਸ਼ਨਲੈਸ ਹੈ। ਤਾਂ ਹੁਣ ਆਪਣੇ ਕੋਲ ਐਪਸਾਈਲਨ ਦੀ ਯੂਨਿਟ ਕੀ ਆ ਜਾਏਗੀ, A ਓਵਰ CL, A ਦੀ ਤਾਂ ਕੋਈ ਯੂਨਿਟ ਨਹੀਂ ਹੁੰਦੀ ਹੈਗੀ। ਠੀਕ ਹੈ, ਤੇ C ਦੀ ਯੂਨਿਟ ਕੀ ਹੁੰਦੀ ਹੈਗੀ, ਮੋਲ ਪਰ ਲੀਟਰ, ਤੇ ਲੈਂਥ ਦੀ ਯੂਨਿਟ ਹੁੰਦੀ ਹੈ ਸੈਂਟੀਮੀਟਰ। ਤਾਂ ਐਪਸਾਈਲਨ ਦੀ ਯੂਨਿਟ ਕੀ ਬਣ ਜਾਏਗੀ, ਮੋਲ ਇਨਵਰਸ ਲੀਟਰ ਸੈਂਟੀਮੀਟਰ ਇਨਵਰਸ। ਠੀਕ ਹੈ, ਇਸ ਤੋਂ ਤੁਹਾਡਾ ਕੁਐਸਚਨ ਬਣ ਸਕਦਾ ਹੈਗਾ ਯੂਨਿਟ ਆਫ ਐਪਸਾਈਲਨ ਤੋਂ। ਉਸ ਤੋਂ ਇਲਾਵਾ ਇਸ ਤੋਂ ਹੋਰ ਕੋਈ ਕੁਐਸਚਨ ਨਹੀਂ ਬਣਦਾ। ਠੀਕ ਹੈ, ਐਪਸਾਈਲਨ ਦਾ ਕੀ ਮਤਲਬ ਹੈ ਆਪਣੇ ਕੋਲ, ਮੋਲਰ ਅਬਜ਼ੌਰਬਿਬਿਲਿਟੀ ਕੋਐਫੀਸ਼ੀਐਂਟ। ਠੀਕ ਹੈ, ਇਸ ਦੀ ਯੂਨਿਟ ਨੂੰ ਨੋਟ ਕਰ ਲਓ, ਕਦੇ ਕੁਐਸਚਨ ਨਹੀਂ ਪੁੱਛਿਆ ਗਿਆ ਇਹ ਵਾਲਾ। ਉਸ ਤੋਂ ਇਲਾਵਾ ਠੀਕ ਹੈ, ਇੱਕ ਹੋਰ ਰਿਲੇਸ਼ਨ ਯਾਦ ਰੱਖਣਾ ਹੈ, ਟ੍ਰਾਂਸਮਿਟੈਂਸ। ਟ੍ਰਾਂਸਮਿਟੈਂਸ ਦਾ ਫਾਰਮੂਲਾ T ਦਾ ਫਾਰਮੂਲਾ ਕੀ ਹੁੰਦਾ ਹੈ, IT ਓਵਰ I ਨੋਟ। ਮਤਲਬ ਇਨਸੀਡੈਂਟ
ट्रांसमिटेंस रेडिएशन की इंटेंसिटी ओवर इनिशियल जी इंसीडेंट रेडिएशन की इंटेंसिटी। ठीक है, कि अपने को ट्रांसमिटेंस होंगे। ये तीनों फॉर्मूले तुम ध्यान रख लेने हो। एक किसने दिते सी अपने को बीएट लैम्बर्ट लॉ ने। ठीक है, दो लॉज ने, दोनों कंबाइन करके अपने को बनया सी बीएट लैम्बर्ट लॉ। हुण देखो कुछ लिमिटेशन सी बीएट लैम्बर्ट लॉ दियां। हुण अपने को सोल्यूशन है, सोल्यूशन तो की हो सकता है टैंपरेचर डिपेंडेंट हो सकता है, तो अपन टैंपरेचर कॉन्सटेंट रखना पैना सीगा। ठीक है, टैंपरेचर थोड़ा बहुत भी चेंज होया तो अपने आंसर की आ सकते सी गलत आ सकते, तो इसलिए टैंपरेचर कॉन्सटेंट होना चाहिए सी। सोल्यूशन डाइल्यूट होना चाहिए सीगा, जितना ज़्यादा डाइल्यूट होएगा उतना आंसर की आएंगे एक्यूरेट आएंगे। ठीक है, सोल्यूशन शुड बी ट्रांसपेरेंट फॉर यूवी रीजन। ठीक है, जो सॉल्वेंट है मतलब सॉल्वेंट खुद ना अब्जॉर्व कर ले किसनू यूवी रेडिएशन, मतलब सॉल्वेंट अजिहा लेना है जो यूवी रेडिएशन अब्जॉर्व ना करता हो। ठीक है, सल्यूट ते सॉल्वेंट के अंदर कोई भी इंटरैक्शन नहीं होनी चाहिए, मतलब जिस दे अंदर अपने सोल्यूशन तैयार किया जो वो सल्यूट ते सॉल्वेंट ही इंटरैक्ट कर लगेंगे तो अब्जॉर्प्शन चंगी तरह हो ही नहीं पाएगी। इसलिए सल्यूट ते सॉल्वेंट के अंदर कोई भी इंटरैक्शन नहीं होनी चाहिए। तो सैंपल ट्यूब किसकी बनी होनी चाहिए, क्वार्ट्ज की बनी होनी चाहिए, क्योंकि क्वार्ट्ज यूवी रेडिएशन अब्जॉर्ब नहीं करते। ठीक है, उरे अपने को फिनिश होंगे अपना लैम्बर्ट बीयर लो। हुण आपां पढ़दे हां इलैक्ट्रॉनिक ट्रांजिशन तरफ। हुण देखो किसी भी बॉन्ड के अंदर, ठीक है, सपोज मेरे को एक कंपाउंड है CH3 C डबल बॉन्ड O CH3, इस सिग्मा बॉन्ड भी प्रेजेंट है, पाई बॉन्ड भी प्रेजेंट है, तो ऑक्सीजन के लोन पेयर भी ने। हुण किसी भी आपां जे ड्रॉ करिए सिग्मा बॉन्ड स्ट्रॉन्ग हुंदा है तो उसकी एनर्जी की होगी मिनिमम होगी, सिग्मा बॉन्ड की एनर्जी की होगी मिनिमम होगी। उस तो बाद पाई, फिर क्या आएगा अपने को N। ठीक है, N का मतलब तुम लोन पेयर समझ सकते हो या समझ सकते हो नॉन बॉन्डिंग। उस तो बाद पाई स्टार, फिर आएगी अपने को सिग्मा स्टार। हुण अपने को किहड़ी-किहड़ी ट्रांजिशंस हुंदियां ने मैं तुहानूं दसदा। एक तो हुंदी अपने को सिग्मा टू सिग्मा स्टार, एक हुंदी अपने को N टू सिग्मा स्टार, एक हुंदी अपने को पाई टू पाई स्टार, ते एक हुंदी है N टू पाई स्टार। ठीक है, चार तरह की ट्रांजिशंस हुंदियां ने, चार तरह की ट्रांजिशन हुंदियां ने। इन्हां चों दो तां की हुंदियां ने अलाउड हुंदियां ने, ते दो की हुंदियां ने अपने को ट्रांजिशन फॉरबिडन हुंदियां ने। ठीक, किहड़ी ट्रांजिशन अलाउड हुंदी है ते किहड़ी ट्रांजिशन फॉरबिडन हुंदी है उसनूं आपां किवें देख दिआंगे। देखो जिहड़े सिग्मा अपने को बॉन्ड हुंदे ने ओह हुंदे ने जीरेड नेचर दे, जिहड़े पाई हुंदे ने अनजीरेड। ठीक है, N मतलब लोन पेयर लई आपां जीरेड जां अनजीरेड डिफाइन नहीं करदे। जिहड़े पाई स्टार हुंदे ने अपने कोल हुंदे ने जीरेड ते सिग्मा स्टार की हुंदे ने अनजीरेड। ठीक है, जीरेड ते अनजीरेड की दसदा हैगा अपने कोल सिमिट्री दसदा हुंदा है। सिमिट्री मतलब जिन्हां दे अंदर सेंटर ऑफ सिमिट्री प्रेजेंट होवे, सेंटर ऑफ सिमिट्री प्रेजेंट होवे ਉਹਨਾਂ ਨੂੰ ਆਪਾਂ ਬੋਲਦੇ ਜੀਰਡ। ਜਿਨ੍ਹਾਂ ਦੇ ਅੰਦਰ ਸੈਂਟਰ ਆਫ ਸਿਮੈਟਰੀ ਪ੍ਰੈਜ਼ੈਂਟ ਨਾ ਹੋਵੇ ਉਹਨਾਂ ਨੂੰ ਆਪਾਂ ਬੋਲਦੇ ਆ ਅਨਜੀਰਡ। ਹੁਣ ਜਿਹੜਾ ਸਿਲੈਕਸ਼ਨ ਰੂਲ ਹੈ ਉਹ ਕੀ ਕਹਿੰਦਾ ਹੈਗਾ, ਸਿਲੈਕਸ਼ਨ ਰੂਲ ਕੀ ਕਹਿੰਦਾ ਹੈਗਾ ਕਿ ਜੀਰਡ ਟੂ ਅਨਜੀਰਡ ਅਲਾउड ਹੈ, ਅਨਜੀਰਡ ਟੂ ਜੀਰਡ ਅਲਾउड ਹੈ, ਬਟ ਜੀਰਡ ਟੂ ਜੀਰਡ ਅਲਾउड ਨਹੀਂ ਹੈਗਾ ਤੇ ਅਨਜੀਰਡ ਟੂ ਅਨਜੀਰਡ ਅਲਾउड ਨਹੀਂ ਹੈਗਾ। ਤਾਂ ਮਤਲਬ ਜੇ ਆਪਾਂ ਟ੍ਰਾਂਜੀਸ਼ਨਸ ਦੇਖੀਏ, ਪਹਿਲੀ सिग्मा टू सिग्मा स्टार, ठीक है, जीरेड तो अनजीरेड गए, जीरेड तो अनजीरेड गए तो ये वाली की होगी अलाउड होगी। हुण N टू सिग्मा स्टार, हुण N की कोई भी सिमिट्री डिफाइन नहीं हैगी तो जी N टू सिग्मा स्टार होएगी ये वाली ट्रांजिशन की होएगी फॉरबिडन होएगी। पाई टू पाई स्टार, ठीक है, उरी भी सिमिट्री चेंज होया अनजीरेड तो जीरेड गए ये भी अलाउड होएगी। जी N टू पाई स्टार है वो वाली फॉरबिडन होएगी। मतलब जिस दे केस भी N इन्वॉल्व हो गया वो की होगी अपने को फॉरबिडन होगी, चाहे इसनों पार्शियल फॉरबिडन बोल दो, मतलब क्योंकि N की सिमिट्री डिफाइन नहीं हैगी इसलिए आपां इसनों पार्शियल फॉरबिडन भी बोल सकते हैं, कंप्लीट फॉरबिडन भी बोल सकते हैं। हुण इन्हां च दो अपने को किहड़ियां हो गईयां अलाउड ते दो किहड़ियां हो गईयां फॉरबिडन। हुण अलाउड ते फॉरबिडन नाल बेसिकली फर्क की पऊगा, ठीक है, अपने को किसी स्पैक्ट्रम ते फर्क की पेगा, ठीक है, इंटेंसिटी ते फर्क पै जांदा है। ठीक है, जिहड़ा अपने को अलाउड ट्रांजिशन हुंदे ने, अलाउड ट्रांजिशन दा बेसिकली की मतलब हुंदा हैगा मैं और एक्सप्लेन करदा। ठीक है, इसमें एक मिनट अरेंज कर ला। हुण देखो जिहड़ी अलाउड ट्रांजिशन हुंदियां ने उस च जिहड़ी एक्साइटेशन कंटीन्यूस हुंदियां ने, मतलब बहुत ज़्यादा ट्रांजिशन हुंदियां ने, बट जिहड़ी फॉरबिडन हुंदियां ने उस च की हुंदियां ने ट्रांजिशंस घट हुंदियां ने। मतलब जे आपां सिग्नल देखांगे
ਤਾਂ ਇਹ ਫੋਰਬਿਡਨ ਦਾ ਆਏਗਾ, ਫੋਰਬਿਡਨ ਟ੍ਰਾਂਜੀਸ਼ਨਸ ਦਾ ਮਤਲਬ ਉਹਨਾਂ ਦੀ ਇੰਟੈਂਸਿਟੀ ਕੀ ਆਏਗੀ, ਘੱਟ ਆਏਗੀ। ਬਟ ਜਿਹੜੀ ਅਲਾਉਡ ਟ੍ਰਾਂਜੀਸ਼ਨਸ ਹੋਣਗੀਆਂ ਉਹਨਾਂ ਦਾ ਜਿਹੜਾ ਇੰਟੈਂਸਿਟੀ ਆ ਉਹ ਕੀ ਹੋਏਗੀ, ਹਾਈ ਹੋਏਗੀ। ਟ੍ਰਾਂਜੀਸ਼ਨ ਦੋਹੇ ਹੋਣਗੀਆਂ, ਬਸ ਡਿਫਰੈਂਸ ਕਿੱਥੇ ਆਏਗਾ, ਇੰਟੈਂਸਿਟੀ ਤੇ ਆਏਗਾ। ਹੁਣ ਦੇਖੋ ਉਰੋਂ ਤੁਸੀਂ ਕਿਹੜੀ ਕਿਹੜੀ ਚੀਜ਼ ਧਿਆਨ ਰੱਖਣੀ ਹੈਗੀ, ਜਿਹੜੇ ਅਲਾਉਡ ਨੇਗੀਆਂ ਉਹ ਕਿਹੜੀਆਂ ਕਿਹੜੀਆਂ ਨੇ, ਅਲਾਉਡ ਨੇ ਸਿਗਮਾ ਟੂ ਸਿਗਮਾ ਸਟਾਰ ਐਂਡ ਪਾਈ ਟੂ ਪਾਈ ਸਟਾਰ। ਜਿਹੜੀਆਂ ਆਪਣੇ ਕੋਲ ਫੋਰਬਿਡਨ ਨੇ ਉਹ ਕਿਹੜੀ ਕਿਹੜੀਆਂ ਨੇ, n ਟੂ ਸਿਗਮਾ ਸਟਾਰ ਐਂਡ n ਟੂ ਪਾਈ ਸਟਾਰ। ਉਸ ਤੋਂ ਇਲਾਵਾ ਤੁਹਾਨੂੰ એનર્ਜੀ ਦਾ ਆਰਡਰ ਪਤਾ ਹੋਣਾ ਚਾਹੀਦਾ ਹੈ। ਸਭ ਤੋਂ ਹਾਈਐਸਟ એનર્ਜੀ ਕਿਹਨਾਂ ਨੂੰ ਰਿਕੁਆਇਰਡ ਹੈ, ਸਭ ਤੋਂ ਹਾਈਐਸਟ એનર્ਜੀ ਕਿਹਨਾਂ ਨੂੰ ਰਿਕੁਆਇਰਡ ਹੈ, ਸਿਗਮਾ ਟੂ ਸਿਗਮਾ ਸਟਾਰ, ਫਿਰ n ਟੂ ਸਿਗਮਾ ਸਟਾਰ, ਫਿਰ ਪਾਈ ਟੂ ਪਾਈ ਸਟਾਰ, ਫਿਰ n ਟੂ ਪਾਈ ਸਟਾਰ। ਠੀਕ ਹੈ, ਕਲੀਅਰਲੀ ਤੁਸੀਂ ਡਾਇਗਰਾਮ ਤੋਂ ਦੇਖ ਸਕਦੇ ਹੋ ਸਿਗਮਾ ਟੂ ਸਿਗਮਾ ਸਟਾਰ ਟ੍ਰਾਂਜੀਸ਼ਨ ਲਈ ਕੀ ਚਾਹੀਦੀ ਹੈਗੀ, ਮੈਕਸਿਮਮ એનર્ਜੀ ਚਾਹੀਦੀ ਹੈਗੀ। ਠੀਕ ਹੈ, ਕਿਉਂਕਿ ਇਹਨਾਂ ਦੇ ਅੰਦਰ ਗੈਪ ਕੀ ਹੈਗਾ, ਕਾਫੀ ਜ਼ਿਆਦਾ ਹੈ। ਜਿੱਥੇ ਵੀ ਸਿਗਮਾ ਇਨਵੋਲਵ ਹੋ ਜਾਂਦੇ ਨੇ ਉੱਥੇ ਤਾਂ ਆਪਣੇ ਕੋਲ ਹਾਈਐਸਟ એનર્ਜੀਜ਼ ਹੋਣੀ ਹੈ। ਸਭ ਤੋਂ ਹਾਈਐਸਟ ਸਿਗਮਾ ਟੂ ਸਿਗਮਾ ਸਟਾਰ, ਫਿਰ ਸਿਗਮਾ ਟੂ ਪਾਈ ਸਟਾਰ, ਸੋਰੀ ਸਿਗਮਾ ਟੂ ਪਾਈ ਸਟਾਰ, ਫਿਰ ਸੋਰੀ n ਟੂ ਪਾਈ ਸਟਾਰ, n ਟੂ ਸਿਗਮਾ ਸਟਾਰ, ਉਸ ਤੋਂ ਬਾਅਦ ਪਾਈ ਟੂ ਪਾਈ ਸਟਾਰ, ਫਿਰ ਕੀ ਆਏਗੀ ਆਪਣੇ ਕੋਲ n ਟੂ ਪਾਈ ਸਟਾਰ। ਉਸ ਤੋਂ ਬਾਅਦ ਜੇ ਤੁਹਾਡੇ ਤੋਂ ਲੈਮਡਾ ਦਾ ਆਰਡਰ ਪੁੱਛ ਲਈ, ਵੇਵਲੈਂਥ ਦਾ, ਲੈਮਡਾ ਮੈਕਸ ਪੁੱਛ ਲਿਆ, ਲੈਮਡਾ ਪੁੱਛ ਲਿਆ ਹਲੇ, ਤਾਂ ਲੈਮਡਾ ਦਾ ਆਰਡਰ ਕੀ ਬਣ ਜਾਏਗਾ, ਆਪੋजिट ਬਣ ਜਾਏਗਾ। ਸਿਗਮਾ ਟੂ ਸਿਗਮਾ ਸਟਾਰ ਦਾ ਸਭ ਤੋਂ ਘੱਟ, ਫਿਰ n ਟੂ ਸਿਗਮਾ ਸਟਾਰ ਦਾ, ਫਿਰ ਪਾਈ ਟੂ ਪਾਈ ਸਟਾਰ ਦਾ, ਫਿਰ n ਟੂ ਪਾਈ ਸਟਾਰ ਦਾ। ਠੀਕ ਹੈ, ਇਹ ਦੋਹੇ ਆਰਡਰ ਤੁਹਾਡੇ ਕੋਲ ਲੈਮਡਾ ਤੇ એનર્ਜੀ ਦਾ ਡੈਫੀਨੇਟਲੀ ਤੁਹਾਨੂੰ ਯਾਦ ਹੋਣੇ ਚਾਹੀਦੇ ਨੇ, ਪੇਪਰ ਦੇ ਅੰਦਰ ਪੁੱਛੇ ਜਾ ਸਕਦੇ ਨੇ। ਠੀਕ ਹੈ, ਇਸ ਨੂੰ ਤੁਸੀਂ ਲੌਜੀਕਲੀ ਵੀ ਸਮਝ ਸਕਦੇ ਹੋ ਤੇ ਤੁਹਾਨੂੰ ਅਲਾਉਡ ਟ੍ਰਾਂਜੀਸ਼ਨਸ ਤੇ ਫੋਰਬਿਡਨ ਟ੍ਰਾਂਜੀਸ਼ਨ ਦਾ ਵੀ ਆਈਡੀਆ ਹੋਣਾ ਚਾਹੀਦਾ। ਹੁਣ ਉਸ ਤੋਂ ਬਾਅਦ ਆਪਾਂ ਡਿਸਕਸ ਕਰਦੇ ਹਾਂ ਸਿਗਮਾ ਟੂ ਸਿਗਮਾ ਸਟਾਰ ਟ੍ਰਾਂਜੀਸ਼ਨ। ਠੀਕ ਹੈ, ਸਿਗਮਾ ਮਤਲਬ ਸਿੰਗਲ ਬੌਂਡ, ਤੇ ਜਿਹੜੇ ਵੀ ਸਪੀਸ਼ੀਜ਼ ਜਿਨ੍ਹਾਂ ਦੇ ਅੰਦਰ ਸਿੰਗਲ ਬੌਂਡ ਪ੍ਰੈਜ਼ੈਂਟ ਹੋਏਗਾ ਉਹ ਕੀ ਕਰਨਗੇ, ਇਸ ਤਰ੍ਹਾਂ ਦੀ ਟ੍ਰਾਂਜੀਸ਼ਨ ਨੂੰ ਸ਼ੋ ਕਰਨਗੇ। ਹੁਣ ਦੇਖੋ ਸਿਗਮਾ ਟੂ ਸਿਗਮਾ ਸਟਾਰ ਲਈ એનર્ਜੀ ਗੈਪ ਸਭ ਤੋਂ ਜ਼ਿਆਦਾ ਸੀ, ਤਾਂ ਇਹਨਾਂ ਦੀ ਲੈਮਡਾ ਦੀ ਵੈਲਿਊ ਕੀ ਹੁੰਦੀ ਹੈ, ਸਭ ਤੋਂ ਘੱਟ ਹੁੰਦੀ ਹੈ। ਹੁਣ ਇੱਕ ਟਰਮ ਡਿਫਾਈਨ ਕੀਤੀ ਮੈਨੇ ਲੈਮਡਾ ਮੈਕਸ। ਲੈਮਡਾ ਮੈਕਸ ਦਾ ਕੀ ਮਤਲਬ ਹੁੰਦਾ ਹੈਗਾ, ਦੇਖੋ ਆਪਣੇ ਕੋਲ ਅਬਜ਼ੌਰਬੈਂਸ ਦਾ ਫਾਰਮੂਲਾ ਸੀ ਐਪਸਾਈਲਨ CL। ਜਦੋਂ ਆਪਾਂ ਯੂਵੀ ਦੇ ਅੰਦਰ ਗ੍ਰਾਫ ਡਰਾ ਕਰ ਦਿਆਂਗੇ ਤਾਂ ਆਪਾਂ ਐਪਸਾਈਲਨ ਲੈ ਲੈਣੇ ਆ ਜਾਂ ਅਬਜ਼ੌਰਬੈਂਸ ਲੈ ਲੈਣੇ ਆ ਵਰਸਸ ਆਪਾਂ ਲੈਮਡਾ ਦਾ ਗ੍ਰਾਫ ਡਰਾ ਕਰ ਦਿਆਂਗੇ। ਠੀਕ ਹੈ, ਹੁਣ ਦੇਖੋ ਕੁਝ ਗੈਪ ਹੋਏਗਾ ਇਨੀਸ਼ੀਅਲੀ। ਠੀਕ ਹੈ, ਯੂਵੀ ਰੀਜਨ ਲਈ ਦੋ એનર્ਜੀ ਲੈਵਲ ਦੇ ਅੰਦਰ ਗੈਪ ਹੁੰਦਾ ਹੈਗਾ। ਹੁਣ ਜਦੋਂ ਦੋ ਗੈਪ ਹੋਏਗਾ, ਸਪੋਜ਼ ਪਹਿਲਾਂ ਆਪਾਂ ਨੇ ਹਾਈ એનર્ਜੀ ਦੀ ਗੈਪ ਪਾਤਾ, ਠੀਕ ਹੈ, ਟ੍ਰਾਂਜੀਸ਼ਨ ਨਹੀਂ ਹੋਏਗੀ ਤਾਂ ਆਪਾਂ ਪਹਿਲਾਂ ਇਨੀਸ਼ੀਅਲੀ, ਠੀਕ ਹੈ, ਇਸ ਤਰਫ એનર્ਜੀ ਹਾਈ ਹੈ, ਠੀਕ, એનર્ਜੀ ਇਸ ਤਰਫ ਹਾਈ ਹੈ, ਇਸ ਤਰਫ એનર્ਜੀ ਲੋ ਹੈ, ਕਿਉਂਕਿ ਰਾਈਟ ਨੂੰ ਜਾਣ ਤੇ ਲੈਮਡਾ ਇਨਕਰੀਜ਼ ਹੋ ਰਿਹਾ ਤਾਂ એનર્ਜੀ ਡਿਕਰੀਜ਼ ਹੋਏਗੀ। ਸਪੋਜ਼ ਆਪਾਂ ਇਨੀਸ਼ੀਅਲੀ ਹਾਈ એનર્ਜੀ ਦੀ ਰੇਡੀਏਸ਼ਨ ਪਾਤੀ ਤਾਂ ਆਪਣੇ ਕੋਲ ਬਹੁਤ ਘੱਟ ਅਬਜ਼ੌਰਬੈਂਸ ਹੋਏਗੀ, ਮਤਲਬ ਇਸ ਤਰ੍ਹਾਂ ਗ੍ਰਾਫ ਬਣੇਗਾ। ਬਟ ਜਿਉਂ ਜੋ ਗੈਪ ਇਹਨਾਂ ਦੇ ਵਿੱਚ ਦਾ ਆ ਜਾਏਗਾ ਤਾਂ ਕੀ ਹੋ ਜਾਏਗੀ, ਆਪਣੇ ਕੋਲ ਮੈਕਸਿਮਮ ਇੰਟੈਂਸਿਟੀ ਹੋ ਜਾਏਗੀ। ਜਦੋਂ ਗੈਪ ਇਹਨਾਂ ਦੇ ਵਿੱਚੋਂ ਘਟ ਗਿਆ ਤਾਂ ਕੁਝ ਇਸ ਤਰ੍ਹਾਂ ਦਾ ਆਪਣੇ ਕੋਲ ਸਪੈਕਟਰਮ ਆਇਆ। ਠੀਕ ਹੈ, ਇਸ ਤਰ੍ਹਾਂ ਦਾ ਸਪੈਕਟਰਮ ਬਣ ਗਿਆ। ਹੁਣ ਜਿਹੜੀ ਵੈਲਿਊ ਤੇ, ਜਿਹੜੀ ਲੈਮਡਾ ਦੀ ਵੈਲਿਊ ਤੇ ਮੈਕਸਿਮਮ ਇੰਟੈਂਸਿਟੀ ਹੈ ਉਸ ਨੂੰ ਆਪਾਂ ਬੋਲਦੇ ਹਾਂ ਲੈਮਡਾ ਮੈਕਸ, ਤੇ ਉਸ ਵੈਲਿਊ ਤੇ ਜਿਹੜੇ ਐਪਸਾਈਲਨ ਹੁੰਦਾ ਹੈ ਉਸ ਨੂੰ ਆਪਾਂ ਬੋਲਦੇ ਹਾਂ ਐਪਸਾਈਲਨ ਮੈਕਸ। ਐਪਸਾਈਲਨ ਮੈਕਸ ਬੋਲ ਦੋ ਚਾਹੇ ਇਹ ਬੋਲ ਦੋ। ਕਲੀਅਰ ਹੈ ਸਭ ਨੂੰ। ਹੁਣ ਲੈਮਡਾ ਮੈਕਸ ਦੇਖਿਆ ਜਾਵੇ ਤਾਂ ਸਿਗਮਾ ਟੂ ਸਿਗਮਾ ਸਟਾਰ ਟ੍ਰਾਂਜੀਸ਼ਨ ਕਿੰਨਾ ਹੁੰਦਾ ਹੈ, 125 ਤੋਂ ਲੈ ਕੇ 150 ਨੈਨੋਮੀਟਰ ਤੱਕ, ਮਤਲਬ ਕਾਫੀ ਕੀ ਹੁੰਦਾ, ਘੱਟ ਹੁੰਦਾ, ਕਿਉਂਕਿ ਇਹਨਾਂ ਲਈ એનર્ਜੀ ਦੀ ਵੈਲਿਊ ਕੀ ਹੁੰਦੀ ਹੈ, ਜ਼ਿਆਦਾ ਹੁੰਦੀ ਹੈ। ਹੁਣ ਇਹ ਕਿਹੜੇ ਕੰਪਾਊਂਡ ਸ਼ੋ ਕਰਨਗੇ, ਜਿਨ੍ਹਾਂ ਦੇ ਅੰਦਰ ਸਿਰਫ ਔਰ ਸਿਰਫ ਕਿਸ ਤੇ ਕੀ ਪ੍ਰੈਜ਼ੈਂਟ ਹੋਏਗਾ, ਸਿਗਮਾ ਬੌਂਡ ਪ੍ਰੈਜ਼ੈਂਟ ਹੋਏਗਾ। ਸੈਚੂਰੇਟਡ ਹਾਈਡਰੋਕਾਰਬਨਸ ਲਾਈਕ CH3CH3। ਠੀਕ ਹੈ, ਜਿੰਨੇ ਵੀ ਆਪਣੇ ਕੋਲ ਹਾਈਡਰੋਕਾਰਬਨਸ ਨੇ ਉਹਨਾਂ ਸਭ ਦੇ ਅੰਦਰ ਕੀ ਪ੍ਰੈਜ਼ੈਂਟ ਹੋਏਗਾ, ਸਿਗਮਾ ਟੂ ਸਿਗਮਾ ਸਟਾਰ ਟ੍ਰਾਂਜੀਸ਼ਨ ਪ੍ਰੈਜ਼ੈਂਟ ਹੋਏਗਾ। ਹੁਣ ਦੇਖੋ ਇਸ ਦੀ ਜਿਹੜੀ ਰੇਂਜ ਹੈਗੀ ਉਹ ਕਿੱਥੇ ਤੋਂ ਕਿੱਥੇ ਤੱਕ ਲਾਈ ਕਰਦੀ ਹੈ, 125 ਤੋਂ ਲੈ ਕੇ 150 ਨੈਨੋਮੀਟਰ ਤੱਕ। ਬਟ ਯੂਵੀ ਤਾਂ ਸਟਾਰਟ ਹੀ 180 ਤੋਂ ਹੁੰਦੀ ਹੈ ਜਾਂ 200 ਤੋਂ ਹੁੰਦੀ ਹੈਗੀ, ਤਾਂ ਕੀ ਇਹ ਯੂਵੀ ਦੇ ਅੰਦਰ ਸਿਗਨਲ ਦੇਗਾ, ਨਹੀਂ ਦੇਗਾ। ਬਟ ਇਹ ਟ੍ਰਾਂਜੀਸ਼ਨ ਹੋਏਗੀ, ਬਟ ਯੂਵੀ ਦੇ ਅੰਦਰ ਕਿਸੇ ਤਰ੍ਹਾਂ ਦਾ ਕੋਈ ਸਿਗਨਲ ਨਹੀਂ ਆਏਗਾ। ਹੁਣ ਯੂਵੀ ਦੇ ਅੰਦਰ ਸਪੋਜ਼ ਆਪਾਂ ਜੇ ਆਪਾਂ ਇਸ ਨੂੰ ਯੂਵੀ ਨੂੰ ਚੇਂਜ ਕਰ ਦਈਏ ਰੀਜਨ ਨੂੰ, ਠੀਕ ਹੈ, ਉਸ 200 ਤੋਂ ਬਿਲੋ ਲਿਆਈਏ ਤਾਂ ਉਸ ਕੇਸ ਕੀ ਹੁੰਦਾ, ਆਕਸੀਜਨ ਅਬਜ਼ੌਰਬ ਹੋਣਾ ਸਟਾਰਟ ਕਰ ਜਾਂਦੀ ਹੈ। ਮਤਲਬ ਆਕਸੀਜਨ ਦਾ ਵੀ ਕੀ ਹੁੰਦਾ, ਅਲੱਗ ਸਿਗਨਲ ਆਉਣ ਲੱਗ ਜਾਂਦਾ ਹੈ। ਆਕਸੀਜਨ ਤਾਂ ਹੁਣ ਹਰ ਕਿਤੇ ਪ੍ਰੈਜ਼ੈਂਟ ਹੈਗੀ, ਮਤਲਬ ਜਿਹੜਾ ਆਪਣਾ ਐਕਚੁਅਲ ਕੰਪਾਊਂਡ ਹੈ ਉਸਦਾ ਸਿਗਨਲ ਨੂੰ ਕੀ ਕਰੇਗੀ, ਡਿਸਟਰਬ ਕਰੇਗੀ। ਠੀਕ ਹੈ, ਉਸਦੇ ਬੈਂਡ ਨੂੰ ਕੀ ਕਰੇਗੀ, ਡਿਸਟਰਬ ਕਰੇਗੀ ਆਕਸੀਜਨ। ਇਸ ਲਈ ਆਪਾਂ ਬਿਲੋ 200 ਰੀਜਨ ਨੂੰ ਚੂਜ਼ ਨਹੀਂ ਕਰਦੇ, ਤੇ ਇਸ ਰੀਜਨ ਨੂੰ ਆਪਾਂ ਬੋਲਦੇ ਹਾਂ ਵੈਕਿਊਮ ਯੂਵੀ ਰੀਜਨ। ਠੀਕ ਹੈ, ਤਾਂ ਤੁਹਾਨੂੰ ਕਲੀਅਰ ਹੋਣਾ ਚਾਹੀਦਾ ਹੈ ਕਿ ਆਪਾਂ ਨੇ 125 ਤੋਂ ਲੈ ਕੇ 150 ਨੈਨੋਮੀਟਰ ਵਾਲੀ ਟ੍ਰਾਂਜੀਸ਼ਨ ਕਿਉਂ ਨਹੀਂ ਸ਼ੋ ਹੁੰਦੀ, ਕਿਉਂਕਿ ਆਪਾਂ ਬਿਲੋ 200 ਨਹੀਂ ਲੈਂਦੇ ਹੈਗੇ। ਬਿਲੋ 200 ਕੀ ਹੁੰਦਾ ਹੈ,
ਆਕਸੀਜਨ ਦਾ ਵੀ ਇੱਕ ਸਪੈਕਟਰਮ ਹੁੰਦਾ ਹੈਗਾ, ਆਕਸੀਜਨ ਦਾ ਬੈਂਡ ਹੁੰਦਾ ਹੈ ਤੇ ਆਪਾਂ ਨੂੰ ਜਦੋਂ ਆਕਸੀਜਨ ਦਾ ਬੈਂਡ ਮਿਲ ਜਾਏਗਾ ਫਿਰ ਆਪਣਾ ਜਿਹੜਾ ਐਕਚੁਅਲ ਸੈਂਪਲ ਹੈ ਉਸ ਦਾ ਆਪਾਂ ਨੂੰ ਕੋਈ ਵੀ ਬੈਂਡ ਨਹੀਂ ਮਿਲਣਾ, ਠੀਕ ਹੈ। ਮਤਲਬ ਬੈਂਡ ਜਿਹੜਾ ਹੋਏਗਾ ਉਹ ਇੰਟਰਪਟਡ ਆਏਗਾ, ਮਤਲਬ ਉਸ 'ਚ ਕਾਫੀ ਸਾਰੇ ਕੀ ਹੋਣਗੇ ਇਕੱਠੇ ਜਿਹੇ ਸਿਗਨਲ ਹੋਣਗੇ, ਜਿਸ ਕਰਕੇ ਆਪਾਂ ਬਿਲੋ 200 ਯੂਜ਼ ਨਹੀਂ ਕਰਦੇ। ਇਸ ਲਈ ਸਿਗਮਾ ਟੂ ਸਿਗਮਾ ਸਟਾਰ ਟ੍ਰਾਂਜੀਸ਼ਨ ਹੁੰਦੀ ਤਾਂ ਹੈਗੀ ਹੈ ਬਟ ਯੂਵੀ ਸਪੈਕਟਰਮ ਦੇ ਅੰਦਰ ਇਹ ਦਿਖਾਈ ਨਹੀਂ ਦਿੰਦੀ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਐਨ ਟੂ ਸਿਗਮਾ ਸਟਾਰ ਦੀ, ਠੀਕ ਹੈ। ਐਨ ਟੂ ਸਿਗਮਾ ਸਟਾਰ ਦਾ ਕੀ ਮਤਲਬ ਹੈ, ਉਸ ਦੇ ਅੰਦਰ ਲੋਨ ਪੇਅਰ ਪ੍ਰੈਜ਼ੈਂਟ ਹੋਏਗਾ ਤੇ ਸਿੰਗਲ ਬੌਂਡ ਪ੍ਰੈਜ਼ੈਂਟ ਹੋਏਗਾ, ਜਿਸ ਤਰ੍ਹਾਂ ਆਪਣੇ ਕੋਲ ਹੈਲੋਜਨਸ RCl RBr RI, ਠੀਕ ਹੈ, ਇਸ ਤਰ੍ਹਾਂ ਦੀ, ਠੀਕ ਹੈ। ਇਹਨਾਂ ਦੇ ਅੰਦਰ ਸਿੰਗਲ ਬੌਂਡ ਵੀ ਪ੍ਰੈਜ਼ੈਂਟ ਹੈ ਤੇ ਲੋਨ ਪੇਅਰ ਵੀ ਪ੍ਰੈਜ਼ੈਂਟ ਹੈ, ਤਾਂ ਇਹ ਕਿਹੜੀ ਟ੍ਰਾਂਜੀਸ਼ਨ ਸ਼ੋ ਕਰਨਗੇ, ਐਨ ਟੂ ਸਿਗਮਾ ਸਟਾਰ ਟ੍ਰਾਂਜੀਸ਼ਨ ਸ਼ੋ ਕਰਨਗੇ। ਹੁਣ ਇਸ 'ਚ ਇੱਕ ਸਪੈਸ਼ਲ ਟਾਈਪ ਦਾ ਕੁਐਸਚਨ ਤੁਹਾਡੇ ਤੋਂ ਬਣ ਸਕਦਾ ਹੈਗਾ। ਹੁਣ ਦੇਖੋ ਜਿਸ ਤਰ੍ਹਾਂ ਮੇਰੇ ਕੋਲ ਕੋਈ ਕੰਪਾਊਂਡ ਹੈ, ਸਪੋਜ਼ RX ਹੈ, ਠੀਕ ਹੈ, ਮੈਂ ਇਸ ਨੂੰ ਵਾਟਰ ਦੇ ਅੰਦਰ ਪਾਤਾ, ठीक है। सपोज आप RF का केस ले लेने, RF है, इसमें मैंने वाटर के अंदर पाता, ठीक है। हम वाटर नाल की शो करेगा, हाइड्रोजन बॉन्डिंग शो करेगा, हाइड्रोजन बॉन्डिंग शो करेगा। हाइड्रोजन बॉन्डिंग के कारण की होएगी, स्टेबलाइजेशन होएगी। स्टेबलाइजेशन कारण की हुंदा है, एनर्जीज की करती ने डिक्रीज करती ने, एनर्जी हमेशा की कर देंदी है डिक्रीज कर देंदी है, एनर्जी की कर देंदी है डिक्रीज कर देंदी है। ये एनर्जी डिक्रीज करेगी अपने को, जे एनर्जी डिक्रीज कर देगी, सपोज N2 पाई स्टार ट्रांजिशन हो रही सी, फिर जेडी N वाले की एनर्जी की हो जाएगी डिक्रीज हो जाएगी, क्योंकि लोन पेयर ने की करता अपना इलेक्ट्रॉन पेयर डोनेट करता, ठीक है। इसमें इस तरह शो करो, इस तरह सॉरी, ठीक है। हुण जो N की एनर्जी डिक्रीज होगी पाई स्टार से सेम रहेगी, तो इस केस की होएगा एनर्जी गैप की हो जाएगा इंक्रीज हो जाएगा, तो लैम्डा मैक्स की हो जाएगा डिक्रीज हो जाएगा, लैम्डा मैक्स की हो जाएगा डिक्रीज हो जाएगा। मतलब हाइड्रोजन बॉन्डिंग के कारण N2 सिग्मा स्टार ट्रांजिशन का जो लैम्डा मैक्स है वो की हो जाता है डिक्रीज हो जाता है, लैम्डा मैक्स की हो जाता है डिक्रीज हो जाता है। इसमें दूजे वे भी समझ सकते हैं, हुण N2 सिग्मा स्टार ट्रांजिशन ਲਈ N ਦੇ ਉੱਪਰ ਲੋਨ ਪੇਅਰ ਰਹਿਣਾ ਚਾਹੀਦਾ ਹੈਗਾ। ਹੁਣ ਹਾਈਡਰੋਜਨ ਬੌਂਡਿੰਗ ਦੇ ਕਾਰਨ ਕੀ ਹੋਇਆ, ਆਪਣੇ ਕੋਲ X ਤੇ ਜਿਹੜਾ ਲੋਨ ਪੇਅਰ ਸੀ ਉਹ ਕੀ ਹੋ ਗਿਆ, ਡੋਨੇਟ ਚਲਾ ਗਿਆ, मतलब लोन पेयर ही की हो गया चला गया। जो लोन पेयर चला गया तो ट्रांजिशन मुश्किल होगी, ज्यादा एनर्जी चाहिए होगी, ज्यादा एनर्जी का मतलब की है लो वेवलेंथ, तो इस केस लैम्डा मैक्स ही होता है डिक्रीज हो जाता है, क्योंकि लोन पेयर किस नाल पार्टिसिपेट कर लेंदा है, हाइड्रोजन बॉन्डिंग के अंदर पार्टिसिपेट कर लेंदा, ठीक है। ये वाला पॉइंट तुसीं नोट कर लियो कि N2 सिग्मा स्टार ट्रांजिशन के कारण हाइड्रोजन बॉन्डिंग के कारण की होंदा लैम्डा मैक्स डिक्रीज हो जाता है। हुण जे तुहाडे कंपेयर करवा वाले क्वेश्चन RF RCl RI, ठीक है, इन्हां दे अंदर वेवलेंथ का की ऑर्डर बनेगा, ठीक है। तुसीं कमेंट सैक्शन अपने दसना है, ठीक है, मैंने WhatsApp ग्रुप कि इन्हां च सब तो ज़्यादा लैम्डा मैक्स किसका होएगा। उस तो बाद आपां डिस्कस करिए पाई टू पाई स्टार, ठीक है। उदों सब तो इंपॉर्टेंट चीज़ बनती है पाई टू पाई स्टार। देखो इसलिए जी लैम्डा मैक्स की वैल्यू होंदी है वो 200 तो लैके 300 नैनोमीटर के अंदर आती है, मतलब इस केस च किस च आ गया, यूवी रीजन च आ गया, या यूवी रीजन कितना होंदा है 180 तो लैके 400 तक होंदा है अप्रोक्सीमेट, ठीक है। तो ये वाली किस च आ जाएगी, यूवी रीजन के अंदर आ जाएगी, मतलब इसका अपने को की मिलेगा, बैंड मिलेगा, ठीक है, इस ट्रांजिशन का बैंड मिलेगा। तो इसलिए की होना चाहिए अपने को पाई बॉन्ड्स इन्वॉल्व होने चाहिए ने, लाइक अल्कीन्स अल्काइंस साइक्लो एल्कीन एरोमेटिक हाइड्रोकार्बन्स, जिस तरह CH3 CH डबल बॉन्ड CH2, इस की होगी पाई टू पाई स्टार ट्रांजिशन होएगी, क्योंकि इसके अंदर की इन्वॉल्व ने पाई बॉन्ड्स इन्वॉल्व ने। उसके अलावा ठीक है इसके अंदर भी कॉन्जुगेटेड आईन्स के अंदर भी पाई टू पाई स्टार ट्रांजिशन होएगी, ठीक है। इससे किस तरह का क्वेश्चन होता है वो देखो, सपोज तो हम 3 कंपाउंड दिते हैं, एक डबल बॉन्ड ते एक ए वाला सिस्टम, एक ए वाला सिस्टम, ते 3 सिस्टम दिते गए ने, ठीक है। एक अपन को सिंपल एल्कीन है, फिर कॉन्जुगेटेड डाइन्स ने, फिर 3 बार कॉन्जुगेटेड डाइन्स ने। हुण इन्हां दे केस की होएगा कॉन्जुगेटेड ट्राइन्स, ठीक है। इन्हां दे केस च तुहाडे तो लैम्डा मैक्स का ऑर्डर पूछेगा। हुण देखो जिन्ना ज़्यादा कॉन्जुगेशन उन्ना ज़्यादा स्टेबलाइजेशन, जिन्ना ज़्यादा कॉन्जुगेशन बढ़ेगा उन्ना ज़्यादा स्टेबलाइजेशन की होएगा इंक्रीज होएगा, जिन्ना ज़्यादा स्टेबलाइजेशन होएगा होमो ते लूमो के अंदर की होएगा गैप डिक्रीज हो जाएगा, क्योंकि एनर्जीज की कर देने डिक्रीज कर देंगे, मतलब ट्रांजिशन की हो जाएगी ईजी हो जाएगी। एनर्जी जो डिक्रीज करेगी 2 लैवल च तो लैम्डा मैक्स की हो जाएगा इंक्रीज हो जाएगा, ठीक है। एनर्जी ते लैम्डा मैक्स ऑपोजिट होंगे ने, एनर्जी डिक्रीज करेगी लैम्डा मैक्स इंक्रीज करेगा, मतलब हाईएस्ट लैम्डा मैक्स किसका आ जाएगा कॉन्जुगेटेड वाला, ठीक है। इस तरह तुहाडे तो लैम्डा मैक्स का ऑर्डर पूछा जाता है।
ਜੇ ਤੁਸੀਂ ਵੈਲਿਊਜ਼ ਦੀ ਗੱਲ ਕਰੋ, ਮੈਂ ਐਕੂਰੇਟ ਵੈਲਿਊਜ਼ ਲੈ ਕੇ ਆਇਆ। ਇਸ ਦੀ ਹੁੰਦੀ ਹੈ ਅਪਰੋਕਸੀਮੇਟ 174 ਨੈਨੋਮੀਟਰ, ਇਸ ਦੀ ਹੁੰਦੀ ਹੈ 217 ਨੈਨੋਮੀਟਰ ਤੇ ਇਸ ਦੀ ਹੁੰਦੀ ਹੈ 245 ਨੈਨੋਮੀਟਰ। ਮਤਲਬ ਜਿਸ ਤਰ੍ਹਾਂ ਆਪਾਂ ਕੌਨਜੂਗੇਸ਼ਨ ਇਨਕਰੀਜ਼ ਕਰਾਂਗੇ એનર્ਜੀ ਗੈਪ ਡਿਕਰੀਜ਼ ਹੋਏਗਾ ਤੇ ਲੈਮਡਾ ਮੈਕਸ ਕੀ ਹੋ ਜਾਏਗਾ, ਇਨਕਰੀਜ਼ ਹੋਏਗਾ। ਤੇ ਪੇਪਰ ਦੇ ਅੰਦਰ ਇਸ ਤਰ੍ਹਾਂ ਦਾ ਕੁਐਸਚਨ ਪੁੱਛਿਆ ਜਾ ਸਕਦਾ ਹੈਗਾ ਕਿ ਅਰੇਂਜ ਦਾ ਫੋਲੋਇੰਗ ਇਨ ਦਾ ਇਨਕਰੀਜ਼ਿੰਗ ਆਰਡਰ ਆਫ ਲੈਮਡਾ ਮੈਕਸ। ਉਸ ਤੋਂ ਬਾਅਦ ਆਪਾਂ ਗੱਲ ਕਰੀਏ, ਠੀਕ ਹੈ, N to pi star ट्रांजिशन ਦੀ। ਹੁਣ N to pi star ट्रांजिशन ਕੀ ਹੋਗੀ, ਆਪਣੇ ਕੋਲ 250 ਤੋਂ ਲੈ ਕੇ 450 ਨੈਨੋਮੀਟਰ ਤੱਕ ਜਾਏਗੀ। ਠੀਕ ਹੈ, ਮਤਲਬ N to pi star ਲਈ એનર્ਜੀ ਸਭ ਤੋਂ ਘੱਟ ਸੀ ਤੇ ਲੈਮਡਾ ਕੀ ਹੋਏਗਾ, ਸਭ ਤੋਂ ਹਾਈਐਸਟ ਹੋਏਗਾ। ਠੀਕ ਹੈ, ਹੁਣ ਦੇਖੋ ਇਹ ਵਾਲੀ ਜਿਹੜੀ ਰੀਜਨ ਹੈਗਾ, ਠੀਕ ਹੈ 450 ਵਾਲਾ, ਠੀਕ ਹੈ, ਕਿਸ ਤੇ ਚਲਾ ਗਿਆ ਆਪਣੇ ਕੋਲ, ਠੀਕ ਹੈ ਯੂਵੀ ਦੇ ਅੰਦਰ ਚਲਾ ਗਿਆ। ਮਤਲਬ ਇਹ ਕਲਰ ਦੇ ਵੀ ਸਕਦੇ ਨੇ, ਕਲਰ ਨਹੀਂ ਵੀ ਦੇ ਸਕਦੇ। ਤਾਂ ਇਸ ਜਿਹੜੇ ਐਗਜ਼ਾਮਪਲਸ ਹੁੰਦੇ ਨੇ ਜਿਨ੍ਹਾਂ ਦੇ ਅੰਦਰ ਲੋਨ ਪੇਅਰਸ ਵੀ ਪ੍ਰੈਜ਼ੈਂਟ ਹੋਣ ਤੇ ਡਬਲ ਬੌਂਡ ਵੀ, ਲਾਈਕ ਜਿਹੜੇ ਮੈਂ ਗਰੁੱਪ ਲਿਖ ਰੱਖੇ ਨੇ, ਕਿਹੜੇ ਕਿਹੜੇ ਗਰੁੱਪਸ ਨੇਗੇ, ਠੀਕ ਹੈ ਐਲਡੀਹਾਈਡਸ ਹੋ ਗਏ ਆਪਣੇ ਕੋਲ, ਕੀਟੋਨਸ ਹੋ ਗਏ, ਅਮਾਈਡਸ ਹੋ ਗਏ, ਜਿਨ੍ਹਾਂ ਦੇ ਅੰਦਰ ਡਬਲ ਬੌਂਡਸ ਵੀ ਪ੍ਰੈਜ਼ੈਂਟ ਹੋਣ ਤੇ ਲੋਨ ਪੇਅਰਸ ਵੀ ਪ੍ਰੈਜ਼ੈਂਟ ਹੋਣ। ਉਹ ਕਿਸ ਤਰ੍ਹਾਂ ट्रांजिशन शो करनगे, N to pi star ट्रांजिशन शो करनगे। ठीक है, इस तरह ਤੁਹਾਡੇ ਪੇਪਰ ਕਾਫੀ ਵਾਰ ਪੁੱਛਿਆ ਗਿਆ ਹੈਗਾ ਕਿ ਫਾਰਮੈਲਡੀਹਾਈਡ ਕਿਸ ਤਰ੍ਹਾਂ ਦਾ ਸ਼ੋ ਕਰੇਗਾ, ਠੀਕ ਹੈ, ਕੌਣ ਕਿਹੜੀ ਕਿਹੜੀ ਟ੍ਰਾਂਜੀਸ਼ਨ ਸ਼ੋ ਕਰੇਗਾ, ਠੀਕ ਹੈ, ਐਸਟਲਡੀਹਾਈਡ ਕਿਹੜੀ ਕਿਹੜੀ ਸ਼ੋ ਕਰੇਗਾ। ਤਾਂ ਇਹ ਹੁੰਦਾ ਆਪਣੇ ਕੋਲ ਫਾਰਮੈਲਡੀਹਾਈਡ ਤੇ ਇਹ ਹੁੰਦਾ ਆਪਣੇ ਕੋਲ ਐਸਟਲਡੀਹਾਈਡ। ਇਹ ਪਾਈ ਟੂ ਪਾਈ ਸਟਾਰ ਵੀ ਸ਼ੋ ਕਰ ਸਕਦੇ ਨੇ ਤੇ N to pi star ਵੀ ਸ਼ੋ ਕਰ ਸਕਦੇ ਨੇ। ਠੀਕ ਹੈ, ਦੋਹੇ ਆਪਸ਼ਨ 'ਚ ਹੁੰਦੇ ਨੇ, ਤਾਂ ਤੁਸੀਂ ਇਹੀ ਵਾਲਾ ਆਪਸ਼ਨ ਟਿਕ ਕਰਕੇ ਹੋਣਾ ਹੁੰਦਾ ਹੈ ਜਿਸ 'ਚ ਪਾਈ ਟੂ ਪਾਈ ਸਟਾਰ ਵੀ ਹੋਵੇ ਤੇ N to pi star ਵੀ ਹੋਵੇ। ठीक, क्योंकि इस को लोन पेयर भी प्रेजेंट है, लोन पेयर भी प्रेजेंट है, पाई बॉन्ड भी प्रेजेंट है, तो पाई टू पाई स्टार भी हो सकती है, एन टू पाई स्टार भी हो सकती है। ਹੁਣ ਦੇਖੋ ਜਿਹੜਾ ਇੱਕ ਕੁਐਸਚਨ ਆ ਤੁਹਾਡੇ ਲਈ, ਇਸ 'ਚ ਕਿਸ ਤਰ੍ਹਾਂ ਟ੍ਰਾਂਜੀਸ਼ਨ ਪੋਸੀਬਲ ਹੋਏਗੀ, ਕਿ ਇਸ 'ਚ ਐਨ ਟੂ ਪਾਈ ਸਟਾਰ ਪੋਸੀਬਲ ਹੈਗੀ ਹੈ, ਇਸ 'ਚ ਪਾਈ ਬੌਂਡ ਵੀ ਪ੍ਰੈਜ਼ੈਂਟ ਹੈ, ਲੋਨ पेयर भी प्रेजेंट है, कि इस एन टू पाई स्टार ट्रांजिशन पॉसिबल है, तो आंसर होगा नहीं, क्योंकि इस की अपने को सैपरेशन आ गई, कॉन्जुगेशन कंप्लीट नहीं है। ठीक है, ये वाला अपना अलग देगा, ये वाला केड़ा देगा एन टू सिग्मा स्टार देगा ये वाली ट्रांजिशन, तो ये वाला केड़ा देगा पाई टू पाई स्टार। क्लीयर है सब नूं? तो मतलब इस केस दो ट्रांजिशन अलग अलग होणगियां, एन टू पाई स्टार ट्रांजिशन पॉसिबल नहीं होएगा। ठीक है, तो ये वाली तुसीं वैल्यूज याद रखनियां नेगियां। ठीक है, जे रखना चाहो रख लो, नहीं रखना चाहो ना रखो, बट तुहानूं इन्ना पता होना चाहिए किस तरह का कंपाउंड, तुहाडे कोल कोई मॉलिक्यूल देता तुहाडे पुछ लिया किस तरह की ट्रांजिशन शो करेगा, वो डेफिनेटली तुहानूं चैक करना आना चाहिए। हुण देखो absorption band in UV visual spectroscopy, देखो अपन ग्राफ डिस्कस किया सीगा लैम्डा वर्सेस, उरे आप absorbance भी ले सकते हैं या एप्सिलॉन भी ले लेंगे कई बुक्स ते ग्राफ अपन डिस्कस किया इस तरह का। ठीक है, इस तरह का ग्राफ डिस्कस किया ही, जस्ट एक सेकंड मैं थोड़ा सा करैक्ट कर दो। ठीक है, इस तरह का ग्राफ अपन डिस्कस किया। हुण देखो ए वाली वैल्यू किहड़ी होगी लैम्डा मैक्स ते ए वाली वैल्यू होगी ई मैक्स या एप्सिलॉन मैक्स। क्लीयर है सब नूं? हुण देखो जे अपने कोल किसी तरीके नाल जे आपां लैम्डा मैक्स की वैल्यू इनक्रीज कर दईए, जे किसी चीज़ नाल आपां लैम्डा मैक्स की वैल्यू इनक्रीज कर दईए, मतलब इस तरह शिफ्ट हो जाए, लैम्डा मैक्स की वैल्यू इनक्रीज हो जाए, उसनूं आपां बोलदे हां बैथोक्रोमिक शिफ्ट। बैथोक्रोमिक शिफ्ट, बैथोक्रोमिक शिफ्ट का की मतलब होया शिफ्ट टूवर्ड्स द हायर वेवलेंथ। ठीक है, शिफ्ट टूवर्ड्स द हायर वेवलेंथ। क्लीयर है सब नूं? ठीक है, इसनूं आपां रैड शिफ्ट भी बोलते हैं, क्योंकि रैड की जिहड़ी वेवलेंथ सी सब तो ज़्यादा सी, इसलिए इसनूं रैड शिफ्ट भी बोलिया जाता है, इसनूं रैड शिफ्ट भी आपां बोल दिंदे। हुण जे अपने कोल लैम्डा मैक्स की वैल्यू डिक्रीज हो जाए, उसनूं आपां बोलदे हां हिप्सोक्रोमिक शिफ्ट। उसनूं आपां की बोलांगे हिप्सोक्रोमिक शिफ्ट। जे लैम्डा की वैल्यू डिक्रीज हो जाए तो उसनूं आपां बोलांगे हिप्सोक्रोमिक शिफ्ट। हुण जे अपने कोल, ठीक है, जिहड़े अपने कोल वाई एक्सिस है उस ते की है इंटेंसिटी, जे अपने कोल इंटेंसिटी इनक्रीज हो जाए, मतलब इंटेंसिटी इनक्रीज हो जाए ऊपर नूं चली जाए, तो उसनूं आपां बोलदे हां हाइपरक्रोमिक शिफ्ट। हाइपरक्रोमिक शिफ्ट, हाइपरक्रोमिक शिफ्ट का की मतलब हो गया इंक्रीज इन इंटेंसिटी। तो जे अपने कोल इंटेंसिटी डिक्रीज हो जाए, इंटेंसिटी सपोज अपने कोल डिक्रीज हो जाए,
ਤਾਂ ਉਸ ਤਰ੍ਹਾਂ ਸ਼ਿਫਟ ਨੂੰ ਆਪਾਂ ਬੋਲਾਂਗੇ ਹਾਈਪੋਕ੍ਰੋਮਿਕ ਸ਼ਿਫਟ। ਹਾਈਪੋਕ੍ਰੋਮਿਕ ਸ਼ਿਫਟ क्लियर है सब नु। जे इंटेंसिटी डिक्रीज हो हाइपोक्रोमिक, इंटेंसिटी इंक्रीज हो हाइपरक्रोमिक शिफ्ट, जे वेवलेंथ इंक्रीज हो जाए बैथोक्रोमिक शिफ्ट, जे वेवलेंथ डिक्रीज हो जाए तो उसਨੂੰ ਆਪਾਂ ਬੋਲਦੇ ਹਾਂ हिप्सोक्रोमिक शिफ्ट। हिप्सोक्रोमिक शिफ्ट ਨੂੰ ਆਪਾਂ ब्लू शिफ्ट भी कहने हैं। हिप्सोक्रोमिक शिफ्ट ਨੂੰ ਆਪਾਂ ब्लू शिफ्ट भी कहने हैं। ठीक है, बहुत इंपॉर्टेंट ਜਿਹੜਾ ਤੁਹਾਡਾ ग्राफ है इसਨੂੰ ਚੰਗੀ ਤਰ੍ਹਾਂ ਧਿਆਨ ਰੱਖਿਓ। ठीक है ना, ਤਾਂ ਉਹਦੇ ਜੇ ਲਿਖਣਾ ਚਾਹੋ ਲਿਖ ਵੀ ਲਓ। ठीक है, हिप्सोक्रोमिक ਦਾ ਮਤਲਬ ਹੁੰਦਾ ਹੈ ਲੈਮਡਾ ਮੈਕਸ ਦਾ ਡਿਕਰੀਜ਼ ਹੋਣਾ, ਤੇ ਬੈਥੋਕ੍ਰੋਮਿਕ ਸ਼ਿਫਟ ਦਾ ਕੀ ਮਤਲਬ ਹੁੰਦਾ ਹੈ ਲੈਮਡਾ ਮੈਕਸ ਦਾ ਇਨਕਰੀਜ਼ ਹੋਣਾ। ਠੀਕ ਹੈ, ਹਾਈਪਰਕ੍ਰੋਮਿਕ ਸ਼ਿਫਟ ਦਾ ਮਤਲਬ ਹੁੰਦਾ ਹੈ ਇੰਟੈਂਸਿਟੀ ਦਾ ਇਨਕਰੀਜ਼ ਹੋਣਾ, ਤੇ ਹਾਈਪੋਕ੍ਰੋਮਿਕ ਸ਼ਿਫਟ ਦਾ ਕੀ ਮਤਲਬ ਹੁੰਦਾ ਹੈ ਇੰਟੈਂਸਿਟੀ ਦਾ ਡਿਕਰੀਜ਼ ਹੋਣਾ। ਤੇ ਇਹ ਸਭ ਤੁਹਾਡੇ ਯਾਦ ਹੋਣੀਆਂ ਚਾਹੀਦੀਆਂ ਨੇ। ਹੁਣ ਕਿਸ ਤਰ੍ਹਾਂ ਆਪਾਂ ਬੈਥੋਕ੍ਰੋਮਿਕ ਸ਼ਿਫਟ ਲਿਆਉਂਦੇ ਆਂਗੇ, ਕਿਸ ਤਰ੍ਹਾਂ ਆਪਾਂ ਲੈਮਡਾ ਮੈਕਸ ਨੂੰ ਇਨਕਰੀਜ਼ ਕਰਦੇ ਹਾਂ, ਉਸ ਲਈ ਆਪਾਂ ਕੁਝ ਫੰਕਸ਼ਨਲ ਗਰੁੱਪਸ ਦਾ ਯੂਜ਼ ਕਰਦੇ ਹਾਂ ਜਿਹਨਾਂ ਨੂੰ ਆਪਾਂ ਕ੍ਰੋਮੋਫੋਰਸ ਬੋਲਦੇ ਹਾਂ। ਜੇ ਕ੍ਰੋਮੋਫੋਰਸ ਦੀ ਅੱਗੇ ਫਰਦਰ ਠੀਕ ਹੈ ਇੰਪਰੂਵਮੈਂਟ ਕਰਨੀ ਹੋਵੇ ਤਾਂ ਆਪਾਂ ਆਕਸੋਕ੍ਰੋਮ ਦਾ ਯੂਜ਼ ਕਰਦੇ ਹਾਂ। ਤਾਂ ਹੁਣ ਆਪਾਂ ਕਨਸੈਪਟ ਸਿੱਖਾਂਗੇ ਕਿ ਆਪਣੇ ਕੋਲ ਕ੍ਰੋਮੋਫੋਰਸ ਕੀ ਹੁੰਦੇ ਨੇ ਤੇ ਆਕਸੋਕ੍ਰੋਮਸ ਕੀ ਹੁੰਦੇ ਨੇ। ਹੁਣ ਦੇਖੋ ਬੈਥੋਕ੍ਰੋਮਿਕ ਸ਼ਿਫਟ ਦੇ ਅੰਦਰ ਕੀ ਹੋਏਗਾ, ਸਪੋਜ਼ ਮੇਰੇ ਕੋਲ ਪਹਿਲਾਂ ਕੋਈ ਬੈਂਜ਼ੀਨ ਹੈ, ਬੈਂਜ਼ੀਨ ਦਾ ਜਿਹੜਾ ਲੈਮਡਾ ਮੈਕਸ ਹੁੰਦਾ ਹੈਗਾ ਉਹ ਕਿੰਨਾ ਹੁੰਦਾ 253 ਹੁੰਦਾ ਹੈਗਾ। ਹੁਣ ਮੈंने ਇਸ ਤੇ ਕੀ ਕੀਤਾ, मैंने बेंजीन ਤੇ ਲਗਾਤਾ NH2 ग्रुप। NH2 ਨਾਲ ਕੀ ਹੋਏਗਾ, ਜਿਹੜਾ ਨਾਈਟ੍ਰੋਜਨ ਦਾ ਲੋਨ ਪੇਅਰ ਹੈ ਉਹ ਕਿਸ ਚ ਪਾਰਟਿਸਿਪੇਟ ਕਰੇਗਾ, ਰੈਜ਼ੋਨੈਂਸ ਦੇ ਅੰਦਰ ਪਾਰਟਿਸਿਪੇਟ ਕਰੇਗਾ। जो रेजोनेंस पार्टिसिपेट करेगा स्टेबलाइजेशन की हो जाएगी, इंक्रीज हो जाएगी, तो एनर्जी गैप की हो जाएगा डिक्रीज हो जाएगा, एनर्जी गैप डिक्रीज हो जाएगा तो लैम्डा मैक्स की हो जाएगा इंक्रीज हो जाएगा। तो इस केस लैम्डा मैक्स की हो जाएगा इंक्रीज हो जाएगा। मतलब केड़ा शिफ्ट बोलांगे इसनू बैथोक्रोमिक शिफ्ट बोलांगे, इसनू की बोलांगे बैथोक्रोमिक शिफ्ट बोलांगे, ਜਾਂ इसनू ਤੁਹਾਨੂੰ ਦੇ ਸਕਦਾ ਰੈੱਡ शिफ्ट। इसी ਨੂੰ ਆਪਾਂ ਕੀ ਬੋਲ ਸਕਦੇ ਹਾਂਗੇ ਰੈੱਡ शिफ्ट बोल सकते हैं। ਜੇ ਇਸ ਦੀ लैम्डा मैक्स ਦੀ वैल्यू करिए एग्जैक्ट कितनी ਹੁੰਦੀ ਹੈਗੀ 280 नैनोमीटर, 280 नैनोमीटर, इसकी ਹੁੰਦੀ ਹੈ 253 नैनोमीटर। ठीक है, इस तरह बैथोक्रोमिक शिफ्ट ਹੁੰਦਾ ਆਪਣੇ ਕੋਲ ਜਦੋਂ लैम्डा मैक्स ਦੀ वैल्यू ਕੀ ਹੋ ਜੇ इंक्रीज ਹੋ ਜੇ। ठीक है, ब्लू शिफ्ट ਦੀ ਵੀ एग्जांपल ਹੁੰਦੀਆਂ ਨੇਗੀਆਂ। ठीक है, ब्लू शिफ्ट ਦੀ एग्जांपल किस तरह ਹੁੰਦੀ ਨੇ, देखो मेरे को पहला एनिलीन हैगा NH2 लग्या होया, इसकी लैम्डा मैक्स की वैल्यू होंदी है 280 नैनोमीटर। सपोज मैंने इसका प्रोटोनेशन करवाता, जो प्रोटोनेशन करवाया मैंने नाइट्रोजन ने अपना लोन पेयर इस H पॉजिटिव ਨੂੰ ਦਿੱਤਾ तो और की बन जाएगा NH3 पॉजिटिव बन जाएगा। मतलब हुण जिहड़ा रेजोनेंस है की हो गया खत्म हो गया, रेजोनेंस खत्म हो गया, स्टेबलाइजेशन की होगी डिक्रीज होगी। जो स्टेबलाइजेशन डिक्रीज हो जाएगी एनर्जी गैप बिटवीन टू लैवल्स की हो जाएगा इंक्रीज हो जाएगा, तो लैम्डा मैक्स की हो जाएगा डिक्रीज हो जाएगा। जो लैम्डा मैक्स डिक्रीज हो जाता है उसी ਨੂੰ ਆਪਾਂ ਕੀ ਬੋਲਦੇ ਹਾਂ ब्लू शिफ्ट, ਜਾਂ ਇਸ ਨੂੰ ਆਪਾਂ ਬੋਲਦੇ ਹਾਂ हिप्सोक्रोमिक शिफ्ट। ਉਸ ਤੋਂ ਬਾਅਦ ਆਪਾਂ ਡਿਸਕਸ ਕਰਦੇ ਹਾਂ हाइपरक्रोमिक शिफ्ट। हाइपरक्रोमिक शिफ्ट ठीक है, हाइपरक्रोमिक शिफ्ट किस पे डिपेंड करेगा, एप्सिलॉन की वैल्यू पे डिपेंड करेगा। जितना ज़्यादा एप्सिलॉन ज़्यादा होगा उतनी ज़्यादा की होगी इंटेंसिटी होगी। सपोज मेरे को पिरीडीन है, ठीक है, पिरीडीन का एप्सिलॉन मैक्स का वैल्यू होगा अपने को 2750, बट जो अपन इस अंदर एक मिथाइल ग्रुप लगाता और पिरीडीन के एक मिथाइल ग्रुप लगाता तो इसका एप्सिलॉन मैक्स की हो गया इंक्रीज हो गया 3660। ठीक है ना, इट मीनस हिप्सोक्रोमिक शिफ्ट के अंदर की होती है इंटेंसिटी इंक्रीज होती है। सपोज पहला इस तरह की इंटेंसिटी सी तो बाद में इंटेंसिटी इस तरह हो जाएगी। मतलब जो इंटेंसिटी इंक्रीज होती है उसमें आप बोलते हैं हाइपरक्रोमिक शिफ्ट, तो जो इंटेंसिटी डिक्रीज होती है उसमें आप बोलते हैं हाइपोक्रोमिक शिफ्ट। देखो ये मोस्ट इंपॉर्टेंट टॉपिक है, इस पूरे लेक्चर का मोस्ट इंपॉर्टेंट टॉपिक है इफेक्ट ऑफ सॉल्वेंट पोलैरिटी। आप पहले देखते हैं इफेक्ट ऑन पाई टू पाई स्टार ट्रांजिशन। देखो जी पोलैरिटी होंगी है सब तो ज़्यादा होंगी है नॉन बॉन्डिंग इलेक्ट्रॉन की, फिर पाई स्टार की, फिर पाई। हम देखो मेरे को पाई टू पाई स्टार ट्रांजिशन है, पाई टू पाई स्टार ट्रांजिशन है। सपोज मेरे को नॉन पोलर सॉल्वेंट है, नॉन पोलर सॉल्वेंट है। हम सुने एक प्रिंसिपल पढ़िया होना लाइक डिसॉल्व लाइक, मतलब पोलर कंपाउंड पोलर के अंदर डिसॉल्व होएगा। हुण इन्हां च देखा जाए पाई स्टार की पोलैरिटी ज़्यादा है पाई दी, पाई दी। मतलब जो आप पोलर सॉल्वेंट लेके जावांगे नॉन पोलर तो इसमें पोलर च लेके जावांगे कौन ज़्यादा स्टेबलाइज होगा, जिहड़ा ज़्यादा पोलर है, क्योंकि लाइक डिसॉल्व लाइक जितना ज़्यादा स्टेबलाइजेशन होएगा मतलब जितना ज़्यादा डिसॉल्व होएगा उन्ना ही की होएगा उसका एनर्जी डिक्रीज होएगा। तो मतलब इस केस च पाई स्टार का जिहड़ा अपने कोल नेचर है वो की है ज़्यादा पोलैरिटी है, तो पाई स्टार की जो आप पोलर सॉल्वेंट के अंदर देखा, इसकी एनर्जी ज़्यादा डिक्रीज होएगी, इस तरह हो जाएगी पाई स्टार की।
ਤੇ ਪਾਈ ਦੀ ਵੀ એનર્ਜੀ ਡਿਕਰੀਜ਼ ਹੋਏਗੀ ਬਟ ਘੱਟ ਡਿਕਰੀਜ਼ ਹੋਏਗੀ। ਠੀਕ ਹੈ, ਇਸ ਤਰ੍ਹਾਂ। ਹੁਣ ਦੇਖੋ એનર્ਜੀ ਗੈਪ ਪਹਿਲਾਂ ਜੇ E1 ਸੀਗਾ, ਹੁਣ એનર્ਜੀ ਗੈਪ ਕੀ ਹੈ ਡੈਲਟਾ E2। ਠੀਕ ਹੈ, ਇਹ ਕਿਸ ਕੇਸ ਚ ਹੈਗਾ, ਪੋਲਰ ਸੋਲਵੈਂਟ ਦੇ ਕੇਸ ਚ ਹੈਗਾ। ਜੇ એનર્ਜੀ ਦਾ ਗੈਪ ਡਿਕਰੀਜ਼ ਹੋ ਜਾਏਗਾ ਤਾਂ ਲੈਮਡਾ ਮੈਕਸ ਕੀ ਹੋ ਜਾਏਗਾ, ਇਨਕਰੀਜ਼ ਹੋ ਜਾਏਗਾ। ਤੇ ਇਸ ਤਰ੍ਹਾਂ ਸ਼ਿਫਟ ਨੂੰ ਆਪਾਂ ਬੋਲਦੇ ਹਾਂ ਬੈਥੋਕ੍ਰੋਮਿਕ ਸ਼ਿਫਟ, ਬੈਥੋਕ੍ਰੋਮਿਕ ਸ਼ਿਫਟ, ਜਾਂ ਇਸ ਨੂੰ ਆਪਾਂ ਬੋਲ ਦਿਆਂਗੇ ਰੈੱਡ ਸ਼ਿਫਟ। ਮਤਲਬ ਤੁਸੀਂ ਯਾਦ ਕੀ ਰੱਖਣਾ ਹੈਗਾ, ਜੇ ਪਾਈ ਟੂ ਪਾਈ ਸਟਾਰ ਟ੍ਰਾਂਜੀਸ਼ਨ ਹੈ ਤੇ ਆਪਾਂ ਪੋਲੈਰਿਟੀ ਇਨਕਰੀਜ਼ ਕਰਤੀ, ਪੋਲੈਰਿਟੀ ਆਫ ਸੋਲਵੈਂਟ ਨੂੰ ਜੇ ਆਪਾਂ ਪੋਲੈਰਿਟੀ ਇਨਕਰੀਜ਼ ਕੀਤੀ ਤਾਂ ਆਪਣੇ ਕੋਲ ਲੈਮਡਾ ਮੈਕਸ ਕੀ ਹੋ ਜਾਏਗਾ, ਇਨਕਰੀਜ਼ ਹੋ ਜਾਏਗਾ। ਤਾਂ ਇਸ ਨੂੰ ਆਪਾਂ ਕੀ ਬੋਲਾਂਗੇ, ਬੈਥੋਕ੍ਰੋਮਿਕ ਸ਼ਿਫਟ ਬੋਲਾਂਗੇ। ਠੀਕ ਹੈ, ਇਹ ਪੁਆਇੰਟਸ ਤੁਸੀਂ ਧਿਆਨ ਰੱਖਣੇ ਨੇ। ਹੁਣ ਨੈਕਸਟ ਆਪਾਂ ਡਿਸਕਸ ਕਰਦੇ ਹਾਂ N2 ਪਾਈ ਸਟਾਰ ਟ੍ਰਾਂਜੀਸ਼ਨ। N2 ਪਾਈ ਸਟਾਰ ਟ੍ਰਾਂਜੀਸ਼ਨ ਦੇ ਅੰਦਰ ਕੀ ਹੋਗਾ, ਆਪਣੇ ਕੋਲ N ਹੈ ਉਰੇ ਪਾਈ ਸਟਾਰ ਹੈ। ਹੁਣ ਇਹਨਾਂ ਦੋਹਾਂ ਦੇ ਵਿੱਚੋਂ ਜਿਹੜੀ ਆਪਣੇ ਕੋਲ N ਦੀ એનર્ਜੀ, N ਦੀ ਪੋਲੈਰਿਟੀ ਹੈ ਉਹ ਜ਼ਿਆਦਾ ਹੈ, ਮਤਲਬ ਇਸ ਦੀ એનર્ਜੀ ਜ਼ਿਆਦਾ ਡਿਕਰੀਜ਼ ਹੋਏਗੀ। ਇਹ ਆਪਾਂ ਨੋਨ ਪੋਲਰ ਸੋਲਵੈਂਟ ਦੇ ਅੰਦਰ ਲੈ ਰਹੇ ਹਾਂ। ਜਦੋਂ ਪੋਲਰ ਸੋਲਵੈਂਟ ਦੇ ਅੰਦਰ ਲਵਾਂਗੇ ਤਾਂ N ਦੀ એનર્ਜੀ ਕੀ ਹੋਗੀ, ਜ਼ਿਆਦਾ ਡਿਕਰੀਜ਼ ਹੋਏਗੀ, ਪਾਈ ਦੀ એનર્ਜੀ ਕੀ ਹੋਏਗੀ, ਥੋੜੀ ਬਹੁਤ ਡਿਕਰੀਜ਼ ਹੋਏਗੀ। ਤਾਂ ਮਤਲਬ ਜੇ ਪਹਿਲਾ એનર્ਜੀ ਗੈਪ ਡੈਲਟਾ E1 ਸੀਗਾ, ਹੁਣ એનર્ਜੀ ਗੈਪ ਕੀ ਹੋਏਗਾ ਡੈਲਟਾ E2। ਮਤਲਬ ਡੈਲਟਾ E2 ਕੀ ਹੋ ਜਾਏਗਾ, ਗ੍ਰੇਟਰ ਦੈਨ ਡੈਲਟਾ E1। ਤਾਂ ਇਸ ਕੇਸ 'ਚ ਜਿਹੜਾ ਆਪਣੇ ਕੋਲ ਲੈਮਡਾ ਦੀ ਵੈਲਿਊ ਹੈਗੀ ਉਹ ਕੀ ਹੋ ਜਾਏਗੀ, ਡਿਕਰੀਜ਼ ਹੋ ਜਾਏਗੀ। ਲੈਮਡਾ ਮੈਕਸ ਕੀ ਹੋ ਜਾਏਗਾ, ਡਿਕਰੀਜ਼ ਹੋ ਜਾਏਗਾ। ਤੇ ਇਸ ਤਰ੍ਹਾਂ ਸ਼ਿਫਟ ਨੂੰ ਆਪਾਂ ਬੋਲ ਦਿਆਂਗੇ ਹਿਪਸੋਕ੍ਰੋਮਿਕ ਸ਼ਿਫਟ, ਹਿਪਸੋਕ੍ਰੋਮਿਕ ਸ਼ਿਫਟ, ਜਾਂ ਇਸ ਨੂੰ ਆਪਾਂ ਬੋਲ ਦਿਆਂਗੇ ਬਲੂ ਸ਼ਿਫਟ। ਮਤਲਬ ਤੁਸੀਂ ਯਾਦ ਕੀ ਰੱਖਣਾ ਹੈ, ਜੇ N2 ਪਾਈ ਸਟਾਰ ਟ੍ਰਾਂਜੀਸ਼ਨ ਹੈ ਤੇ ਆਪਾਂ ਨੇ ਪੋਲੈਰਿਟੀ ਆਫ ਸੋਲਵੈਂਟ ਨੂੰ ਕੀ ਕਰਤਾ, ਇਨਕਰੀਜ਼ ਕਰਤਾ। ਪੋਲੈਰਿਟੀ ਆਫ ਸੋਲਵੈਂਟ ਨੂੰ ਕੀ ਕਰਤਾ, ਇਨਕਰੀਜ਼ ਕਰਤਾ। ਤਾਂ ਆਪਣੇ ਕੋਲ ਕਿਸ ਤਰ੍ਹਾਂ ਸ਼ਿਫਟ ਹੋਏਗਾ, ਹਿਪਸੋਕ੍ਰੋਮਿਕ ਸ਼ਿਫਟ ਹੋਏਗਾ। ਤਾਂ ਕਿਸ ਤਰ੍ਹਾਂ ਸ਼ਿਫਟ ਹੋਏਗਾ, ਹਿਪਸੋਕ੍ਰੋਮਿਕ ਸ਼ਿਫਟ ਹੋਏਗਾ। ਠੀਕ ਹੈ, ਐਜ਼ ਇਟ ਇਜ਼ ਵਰਡਿੰਗ ਜੋ ਤੁਹਾਡੇ ਤੋਂ ਕੁਐਸਚਨ ਪੁੱਛਿਆ ਜਾ ਸਕਦਾ ਹੈ। ਨੈਕਸਟ ਆਪਾਂ ਡਿਸਕਸ ਕਰਦੇ ਹਾਂ ਕ੍ਰੋਮੋਫੋਰਸ ਕੀ ਹੁੰਦੇ ਨੇ। ਤੇ ਕ੍ਰੋਮੋਫੋਰਸ ਕੀ ਹੁੰਦੇ ਨੇ, ਅਜਿਹੇ ਅਨਸੈਚੂਰੇਟਡ ਕੰਪਾਊਂਡ ਹੁੰਦੇ ਨੇ। ਅਨਸੈਚੂਰੇਟਡ ਮਤਲਬ ਉਹਨਾਂ ਦੇ ਅੰਦਰ ਕੀ ਪ੍ਰੈਜ਼ੈਂਟ ਹੋਏਗਾ, ਡਬਲ ਬੌਂਡ ਪ੍ਰੈਜ਼ੈਂਟ ਹੋਏਗਾ, ਵਿਚ ਆਰ ਰਿਸਪੋਂਸਿਬਲ ਫॉर ਦਾ ਕਲਰ ਆਫ ਆਰਗੈਨਿਕ ਕੰਪਾਊਂਡਸ। ਠੀਕ ਹੈ, ਕਿਸ ਲਈ ਰਿਸਪੋਂਸਿਬਲ ਹੁੰਦੇ ਨੇ, ਕਲਰ ਆਫ ਆਰਗੈਨਿਕ ਕੰਪਾਊਂਡਸ ਲਈ ਰਿਸਪੋਂਸਿਬਲ ਹੁੰਦੇ ਨੇ। ਹੁਣ ਆਪਾਂ ਦੇਖਦੇ ਕਿਸ ਤਰ੍ਹਾਂ ਇਹ ਕਲਰ ਨੂੰ ਇਫੈਕਟ ਕਰਦੇ ਨੇ। ਸਪੋਜ਼ ਮੇਰੇ ਕੋਲ ਠੀਕ ਹੈ ਬੈਂਜ਼ੀਨ ਹੈ ਪਹਿਲਾਂ, ਠੀਕ ਹੈ, ਸਪੋਜ਼ ਮੇਰੇ ਕੋਲ ਕੀ ਹੈਗੀ, ਬੈਂਜ਼ੀਨ ਹੈ। ਹੁਣ ਬੈਂਜ਼ੀਨ ਦੇ ਉੱਪਰ ਮੈंने ਕੋਈ ਕ੍ਰੋਮੋਫੋਰ ਲਗਾਤਾ, ਕ੍ਰੋਮੋਫੋਰ ਲਾਈਕ NO2 NO, ਠੀਕ ਹੈ, C ਡਬਲ ਬੌਂਡ O, ਜਿਨ੍ਹਾਂ ਦੇ ਅੰਦਰ ਵੀ ਕੀ ਹੋ ਜਾਏ, ਡਬਲ ਬੌਂਡ ਪ੍ਰੈਜ਼ੈਂਟ ਹੋਵੇ, ਮਤਲਬ ਅਨਸੈਚੂਰੇਟਡ ਪ੍ਰੈਜ਼ੈਂਟ ਹੋਵੇ, ਜਿਹੜੇ ਕੌਨਜੂਗੇਸ਼ਨ ਕਰਵਾ ਦੇਣ। ਹੁਣ ਦੇਖੋ ਜਦੋਂ मैंने इस ते NO2 ਲਗਾਇਆ ਗਰੁੱਪ, NO2 ਗਰੁੱਪ ਲਗਾਤਾ ਤਾਂ ਇਸ ਦਾ ਕਲਰ ਹੁੰਦਾ ਹੈਗਾ ਆਪਣੇ ਕੋਲ ਯੈਲੋ ਕਲਰ ਹੁੰਦਾ ਹੈਗਾ। ਇਸ ਦਾ ਕਿਹੜਾ ਕਲਰ ਹੁੰਦਾ ਹੈਗਾ, ਯੈਲੋ ਕਲਰ ਹੁੰਦਾ ਹੈਗਾ। ਇਸ ਨਾਲ ਹੋਏਗਾ ਕਿ ਬੇਸਿਕਲੀ ਜਦੋਂ ਆਪਾਂ ਨੇ NO2 ਲਗਾਇਆ ਤਾਂ ਬੈਂਜ਼ੀਨ ਰਿੰਗ ਦਾ ਜਿਹੜਾ ਇਲੈਕਟ੍ਰੋਨ ਡੈਂਸਿਟੀ ਹੈ ਇਸ ਵਾਲੇ ਆਕਸੀਜਨ ਨਾਲ ਕੀ ਕਰੇਗੀ, ਕੌਨਜੂਗੇਸ਼ਨ ਕਰੇਗੀ। ਜਦੋਂ ਕੌਨਜੂਗੇਸ਼ਨ ਕਰੇਗੀ ਸਟੇਬਲਾਈਜੇਸ਼ਨ ਆਏਗੀ, ਸਟੇਬਲਾਈਜੇਸ਼ਨ ਆਏਗੀ। ਜਦੋਂ ਸਟੇਬਲਾਈਜੇਸ਼ਨ ਆਏਗੀ एनर्जी गैप की होएगा, डिक्रीज होएगा। तो लैम्डा मैक्स की होएगा, इंक्रीज होएगा। लैम्डा मैक्स इन्ना इंक्रीज हो जाता है कि वो किस रीजन से चला जाता है, विजिबल रीजन से चला जाता है। लैम्डा मैक्स इंक्रीज हो किस रीजन से चला जाता है, विजिबल रीजन से चला जाता है। मतलब 400 ਤੋਂ ਲੈ ਕੇ 800 नैनोमीटर ਦੀ ਰੇਂਜ ਤੱਕ ਚਲਾ ਜਾਂਦਾ ਹੈ, ਜਿਸ ਕਰਕੇ ਇਹ ਕ੍ਰੋਮੋਫੋਰਸ ਕੀ ਹੁੰਦੇ ਨੇ, ਰਿਸਪੌਂਸਿਬਲ ਹੁੰਦੇ ਨੇ ਕਲਰ ਆਫ ਕੰਪਾਊਂਡਸ ਲਈ। ਕਿ ਕੱਲਾ ਕ੍ਰੋਮੋਫੋਰ ਕਲਰ ਪਾ ਦੇਗਾ, ਨਹੀਂ, ਕ੍ਰੋਮੋਫੋਰ ਬੈਂਜ਼ੀਨ ਨਾਲ ਰੱਖ ਕੇ, ਮਤਲਬ ਕੰਪਾਊਂਡ ਨਾਲ ਮਿਲ ਕੇ ਹੀ ਕੀ ਬਣਾਉਂਦਾ ਹੈਗਾ, ਕਲਰ ਕੰਪਾਊਂਡ ਬਣਾਉਂਦਾ ਹੈਗਾ। ਜੇ ਆਪਾਂ ਗੱਲ ਕਰੀਏ CH3 NO2, ਠੀਕ ਹੈ, ਇਸ 'ਚ ਵੀ ਕ੍ਰੋਮੋਫੋਰ ਲੱਗਿਆ ਹੋਇਆ NO2, ਕੀ ਇਹ ਕਲਰਡ ਹੋਏਗਾ, ਨਹੀਂ ਹੋਏਗਾ, ਕਿਉਂਕਿ ਇਸ ਕੇਸ 'ਚ ਕੌਨਜੂਗੇਸ਼ਨ ਨਹੀਂ ਹੋਏਗਾ। ਤਾਂ ਮਤਲਬ ਜਿਹੜੇ ਕਲਰ ਲਈ ਰਿਸਪੌਂਸਿਬਲ ਨੇਗੇ ਕ੍ਰੋਮੋਫੋਰਸ, ਬਟ ਪ੍ਰੋਵਾਈਡਡ ਉਸ 'ਚ ਕੀ ਹੋਣਾ ਚਾਹੀਦਾ, ਕੌਨਜੂਗੇਸ਼ਨ ਹੋਣਾ ਚਾਹੀਦਾ ਹੈਗਾ। ਤੇ ਆਪਾਂ ਕੁਝ ਐਗਜ਼ਾਮਪਲ ਡਿਸਕਸ ਕਰ ਦੇਂਗੇ। ਜਿਸ ਤਰ੍ਹਾਂ ਮੇਰੇ ਕੋਲ ਇਹ ਐਗਜ਼ਾਮਪਲ ਹੈਗਾ, ਇਸ ਕੰਪਾਊਂਡ ਨੂੰ ਆਪਾਂ ਬੋਲਦੇ ਹਾਂ ਮਿਥਾਈਲਿਨ ਬਲੂ, ਮਿਥਾਈਲਿਨ ਬਲੂ। ਹੁਣ ਦੇਖੋ ਇਸ ਕੰਪਾਊਂਡ 'ਚ N ਡਬਲ ਬੌਂਡ N ਹੈ, ਠੀਕ ਹੈ, N ਡਬਲ ਬੌਂਡ N ਨਾਲ ਪ੍ਰੈਜ਼ੈਂਟ ਹੋਣ ਨਾਲ ਕੀ ਹੋ ਗਿਆ, ਇਸ 'ਚ ਕੌਨਜੂਗੇਸ਼ਨ ਵੱਧ ਗਈ। ਤੇ ਕੌਨਜੂਗੇਸ਼ਨ ਨਾਲ ਕੀ ਹੋ ਗਿਆ, ਇਸ ਦਾ ਕੀ ਹੁੰਦਾ, ਕਲਰ ਹੁੰਦਾ ਹੈਗਾ। ਇਸ ਦਾ ਬੇਸਿਕਲੀ ਕੀ ਹੁੰਦਾ ਹੈਗਾ, ਕਲਰ ਹੁੰਦਾ ਹੈਗਾ, ਬਿਕੋਜ਼ ਆਫ ਇਨਕਰੀਜ਼ ਇਨ ਕੌਨਜੂਗੇਸ਼ਨ। ਤਾਂ ਉਰੇ N ਡਬਲ ਬੌਂਡ N, ਜਿਸ ਨੂੰ ਆਪਾਂ ਐਜ਼ੋ ਗਰੁੱਪ ਬੋਲਦੇ ਹਾਂ, ਐਜ਼ ਦਾ ਕੀ ਕੰਮ ਕਰ ਰਿਹਾ, ਕ੍ਰੋਮੋਫੋਰ ਕੰਮ ਕਰ ਰਿਹਾ। ਕਲੀਅਰ ਹੈ ਸਭ ਨੂੰ। ਹੁਣ ਆਪਾਂ ਕ੍ਰੋਮੋਫੋਰ ਤੋਂ ਬਾਅਦ ਜਿਹੜੀ ਸੈਕਿੰਡ ਟਰਮ ਡਿਸਕਸ ਕਰਨੀ ਹੈ, ਆਕਜ਼ੋਕ੍ਰੋਮ। ਠੀਕ ਹੈ, ਆਕਜ਼ੋਕ੍ਰੋਮ ਦਾ ਕੀ ਮਤਲਬ ਹੁੰਦਾ ਹੈ, ਇਹ ਸੈਚੂਰੇਟਡ ਗਰੁੱਪਸ ਹੁੰਦੇ ਨੇ। ਸੈਚੂਰੇਟਡ ਮਤਲਬ ਜਿਨ੍ਹਾਂ ਦੇ ਉੱਪਰ, ਠੀਕ ਹੈ, ਸਿੰਗਲ ਬੌਂਡਸ ਨਾਲ ਅਟੈਚ ਹੁੰਦੇ ਨੇ ਤੇ ਉਹਨਾਂ ਦੇ ਉੱਪਰ ਕੀ ਹੁੰਦਾ, ਲੋਨ ਪੇਅਰ ਪ੍ਰੈਜ਼ੈਂਟ ਹੁੰਦਾ ਹੈਗਾ। ਹੁਣ ਆਕਜ਼ੋਕ੍ਰੋਮ ਖੁਦ ਕਲਰ ਲਈ ਰਿਸਪੌਂਸਿਬਲ ਨਹੀਂ ਹੁੰਦੇ,
बट ये इंटेंसिटी ਨੂੰ ਵਧਾ ਦਿੰਦੇ ਨੇ ਕਲਰ ਦੀ, ਠੀਕ ਹੈ। ਜਿਸ ਤਰ੍ਹਾਂ ਦੇਖੋ मैंने ਹੁਣ एग्जांपल लिया ਸੀਗਾ NO2 ਦਾ, ਤਾਂ ਇਹ ਕੀ ਸੀ ਆਪਣੇ ਕੋਲ येलो कलर ਦਾ ਕੰਪਾਊਂਡ ਸੀਗਾ। सपोज मैंने इस पे कोई ऑक्सोक्रोम लगाता, सपोज मैंने इसकी पैरा पोजीशन पे ऑक्सोक्रोम लगाता NH2, ਹੁਣ देखो NH2 की जगह नाइट्रोजन लोन पेयर है, लोन पेयर की करेगा इलेक्ट्रॉन डेंसिटी देके की करेगा रेजोनेंस ਨੂੰ ਕੀ ਕਰ देगा इंक्रीज कर देगा, रेजोनेंस ਨੂੰ ਕੀ कर देगा इंक्रीज कर देगा। जो रेजोनेंस इंक्रीज हो जाएगा स्टेबलाइजेशन भी इंक्रीज हो जाएगा, एनर्जी गैप और घट जाएगा, ट्रांजिशन ज्यादा होंगे, तो इस केस कलर केड़ा होएगा डार्क येलो आ जाएगा। इस केस की आएगा डार्क येलो कलर आएगा। मतलब ऑक्सोक्रोम खुद तो रिस्पोंसिबल नहीं है कलर ली, बट ये क्रोमोफोर्स ਨਾਲ मिल के ਜਿਹੜੀ ਕਲਰ ਦੀ ਇੰਟੈਂਸਿਟੀ ਉਸ ਨੂੰ ਕੀ ਕਰ ਦਿੰਦੇ ਨੇ ਇਨਕਰੀਜ਼ ਕਰ ਦਿੰਦੇ। ਠੀਕ ਹੈ, ਆਈ ਹੋਪ ਤੁਹਾਨੂੰ ऑक्सोक्रोम ਦਾ ਕਨਸੈਪਟ ਵੀ ਕਲੀਅਰ ਹੋ ਗਿਆ ਹੋਣਾ। ਸੋ ऑक्सोक्रोम ਦਾ ਕੀ ਕੰਮ ਹੈ ਆਪਣੇ ਕੋਲ, ऑक्सोक्रोम ਕੀ ਕਰਦੇ ਨੇਗੇ चेंज करते हैं इंटेंसिटी, चेंज इंटेंसिटी एंड वेवलेंथ ऑफ क्रोमोफोर्स। क्लीयर है सबनों, आई होप ਤੁਹਾਨੂੰ यूवी स्पेक्ट्रोस्कोपी ਦਾ पूरा ਜਿਹੜਾ ਪਾर्ट है क्लीयर हो गया होगा। ਹੁਣ ਆਪਾਂ प्रीवियस ईयर क्वेश्चंस भी कर ਲੈਣਗੇ। ਉਸ ਤੋਂ ਪਹਿਲਾਂ ਇੱਕ ਟੌਪਿਕ ਮੈਂ ਜਿਹੜਾ ਮਿਸ ਕੀਤਾ ਹੈ that is Woodward Fisher rules। ठीक है, वुडवर्ड फिशर रूल्स होंगे ने जिस ਨਾਲ ਆਪਾਂ लैम्डा मैक्स की वैल्यू कैलकुलेट करते हैं। ठीक है, अज तक इस ते कोई क्वेश्चन आया नहींगा। ठीक है, काफी सारे ਤੁਹਾਨੂੰ वैल्यूज याद करनी ਪੈਂਦੇ ਨੇ, ਜੇ ਆਪਾਂ ਨੂੰ ਐਂਡ ਤੇ ਟਾਈਮ ਲੱਗੇ ਆਪਾਂ ਕਰ ਲਾਂਗੇ। ਬਾਕੀ ਇਹ ਟੌਪਿਕ ਇੰਪੋਰਟੈਂਟ ਨਹੀਂ ਹੈਗਾ, ਤੁਸੀਂ ਕਿਸੇ ਬੁੱਕ ਤੋਂ ਇਹ ਪੜ੍ਹ ਸਕਦੇ ਹੋਗੇ। ਇਸ 'ਚ ਆਪਾਂ लैम्डा मैक्स की वैल्यूज कैलकुलेट करनी ਹੁੰਦੇ ਨੇ, ਕਾਫੀ ਸਾਰੀ वैल्यूज याद करनी ਪੈਂਦੀ ਨੇ, बट अज तक ना मैरिटोरियस ਦੇ ਅੰਦਰ ਨਾ ਮਾਸਟਰ ਕੈਡਰ ਦੇ ਅੰਦਰ ਕਦੇ ਵੀ ਇਸ ਤੋਂ क्वेश्चन नहीं आया। चलिए ਹੁਣ ਆਪਾਂ क्वेश्चन देख ਲੈਣੇ ਆ ਜਿਹੜੇ ਤੁਹਾਡੇ ਪੇਪਰ ਦੇ ਅੰਦਰ ਆ ਚੁੱਕੇ ਨੇ। चलिए पहला क्वेश्चन डिस्कस करते हैं। ठीक है, एस्टल्डेहाइड। ठीक है, एस्टल्डेहाइड का स्ट्रक्चर की होगा अपने को CH3 C डबल बॉन्ड OH इस तरह स्ट्रक्चर होगा। ठीक है, इस ऑक्सीजन ते लोन पेयर भी है, मतलब पाई टू पाई स्टार भी होगा ते N2 पाई स्टार भी होगा। ठीक है, फॉर्मेल्डिहाइड का पूछेगा, पाई टू पाई स्टार भी होगा N2 पाई स्टार भी होगा। ठीक है, बेथोक्रोमिक शिफ्ट। ठीक है, बेथोक्रोमिक शिफ्ट का की मतलब होगा शिफ्ट टुवर्ड्स द हायर वेवलेंथ, मतलब ऑप्शन नंबर ए करेक्ट हो जाएगा। ठीक है, 200 तो लेके 400 नैनोमीटर तक केड़ा अपने को एल्डिहाइड है। ठीक है, दोहे लाई करते हैं अपने को N2 पाई स्टार ते पाई टू पाई स्टार दोहे इसी रेंज लाई करते हैं, तो ऑप्शन नंबर डी आ जाएगा। ठीक है, बस इस तरह के क्वेश्चन ही पूछे गए ने। ठीक है, एक दो क्वेश्चन जो मैं ऐड नहीं किया तुम आपके वालों अटैम्प्ट कर लियो, बाकी टेस्ट के अंदर काफी सारे क्वेश्चन होंगे तो थोड़ी प्रैक्टिस हो जाएगी। ठीक है, आई होप सोनू यूवी स्पेक्ट्रोस्कोपी जो कॉन्सेप्ट्स ने क्लियर हो गए होंगे। थैंक यू फॉर वॉचिंग दिस वीडियो।